ਪਹਿਲਾਂ ਬ੍ਰਦਰ ਕਰਦਾ ਸੀਗਾ ਰੈਸਲਿੰਗ, ਉਹ ਅਕੈਡਮੀ 'ਚ ਸੀਗਾ, ਉਹਦੀ ਫਿਰ ਡੈਥ ਤੋਂ ਬਾਅਦ ਮੈਂ ਸਟਾਰਟ ਕੀਤਾ। ਹਾਰ ਤੋਂ ਬਾਅਦ ਤਾਂ ਫਿਰ ਮਿਹਨਤ ਡਬਲ ਹੋ ਜਾਂਦੀ ਸੀਗੀ। ਫਿਰ ਆਪਣੇ 'ਤੇ ਹੁੰਦਾ ਸੀ ਵੀ ਨਹੀਂ ਹਲੇ ਵੀ ਇੰਪਰੂਵਮੈਂਟ ਲਈ ਕਾਰਨਰ ਹੈਗਾ ਆ। ਤਾਂ ਮੈਂ ਵੀ ਚਾਹੁੰਦੀ ਕਿ ਮੈਂ ਵੀ ਆਪਣੇ ਦੇਸ਼ ਲਈ ਇੱਕ ਮੈਡਲ ਲੈ ਕੇ ਆਵਾਂ ਓਲੰਪਿਕ 'ਚ। ਬੇਟੇ ਦੇ ਨਾਲ ਬਹੁਤ ਸੁਪਨੇ ਲਏ ਸੀਗੇ ਜੀ, ਉਹ ਹਿੰਦੁਸਤਾਨ ਲਈ ਇੰਡੀਆ ਲਈ ਮੈਡਲ ਜਿੱਤੂਗਾ, ਪਰ ਉਹ ਸਾਰੀਆਂ ਉਮੀਦਾਂ ਟੁੱਟ ਗਈਆਂ। ਰੋਜ਼ ਨੇ ਮੈਨੂੰ ਫੋਰਸ ਕਰਨਾ ਸ਼ੁਰੂ ਕਰਤਾ ਵੀ ਪਾਪਾ ਮੈਂ ਭਲਵਾਨੀ ਕਰੂੰਗੀ, ਤੁਸੀਂ ਮੈਨੂੰ ਸਿਖਾਓ। ਮੈਂ ਕਿਹਾ ਨਹੀਂ ਰੋਜ਼ ਵੀ ਬਹੁਤ ਔਖਾ ਹੋ ਜਾਣਾ, ਤੂੰ ਕੁੜੀ ਹੈ, ਲੋਕ ਇਸ ਚੀਜ਼ ਨੂੰ ਮੰਨਣਗੇ ਨਹੀਂ। 20 ਸਾਲ ਦਾ ਮੁੰਡਾ ਸੀਗਾ ਉਹ, ਫਿਰ ਕੁਲਿਆ ਰੋਜ਼ ਨਾਲ 22 ਮਿੰਟ ਉਹਦੀ ਕੁਸ਼ਤੀ ਹੋਈ। 22 ਮਿੰਟ ਬਾਅਦ ਰੋਜ਼ ਨੇ ਉਹਨੂੰ ਢਾਇਆ। ਸਾਰੇ ਪਿੰਡ ਨੇ ਬਹੁਤ ਸ਼ਾਬਾਸ਼ ਦਿੱਤੀ ਔਰ ਪਿੰਡ ਬਹੁਤ ਖੁਸ਼ ਹੋਇਆ। ਉਹ ਤਾਂ ਕੁੜੀ ਦੇ ਨਾਲ ਸਿਰਫ 9 ਸੈਕਿੰਡ ਵੀ ਨਹੀਂ ਖੜ ਸਕੀ। ਕੁਸ਼ਤੀ ਲੜਨੀ ਤਾਂ ਬਹੁਤ ਔਖੀ ਸੀ, ਉਹ 9 ਸੈਕਿੰਡ 'ਚ ਇਹਨੇ ਫਸਦੇ ਉਹਨੂੰ ਚਿੱਤ ਕਰਤਾ ਸੀਗਾ। ਕੁੜੀਆਂ ਮੁੰਡਿਆਂ ਨਾਲੋਂ ਘੱਟ ਨਹੀਂ, ਸਪੋਰਟ ਦੀ ਲੋੜ ਆ। ਸਪੋਰਟ ਕਰੋ ਉਹਨਾਂ ਨੂੰ, ਸਾਰਿਆਂ 'ਚ ਟੈਲੈਂਟ ਹੁੰਦਾ, ਉਹਨੂੰ ਵਧਾਉਣ ਦੀ ਲੋੜ ਆ। मारी छोरियां के छोरों से कम है। वैसे पहली नज़रे ਤੁਹਾਨੂੰ ਇਹ ਫਿਲਮੀ ਡਾਇਲੌਗ ਲੱਗੇਗਾ, ਪਰ ਜਿਵੇਂ ਜਿਵੇਂ ਅੱਜ ਤੁਸੀਂ ਟੀਵੀ ਪੰਜਾਬ ਤੇ ਮੇਰੀ ਗੱਲਬਾਤ ਤੇ ਇਸ ਇੰਟਰਵਿਊ ਨੂੰ, ਇਸ ਪੇਸ਼ਕਾਰੀ ਨੂੰ ਤੁਸੀਂ ਦੇਖੋਗੇ, ਸੁਣੋਗੇ, ਤੁਹਾਨੂੰ ਇਹ ਕੋਰਾ ਡਾਇਲੌਗ ਨਹੀਂ ਲੱਗੇਗਾ। ਇੰਜ ਲੱਗੇਗਾ ਕਿ ਜ਼ਿੰਦਗੀ ਦੀ ਹਕੀਕਤ ਹੈ ਔਰ ਇਸ ਡਾਇਲੌਗ ਨੂੰ ਸੱਚ ਵੀ ਕਰਕੇ ਦਿਖਾਇਆ ਹੈ। ਔਰ ਸੱਚ ਕਰ ਦਿਖਾਉਣ ਵਾਲੀ ਇੱਕ ਉਹ ਲੜਕੀ ਹੈ ਜਿਹਨੇ ਜ਼ਿੰਦਗੀ ਦੇ ਵਿੱਚ ਪਰਿਵਾਰ 'ਚ ਇੱਕ ਹਾਦਸਾ ਵਾਪਰਨ ਤੋਂ ਬਾਅਦ ਇੱਕ ਤਹਈਆ ਕੀਤਾ, ਤਹੱਮਲ ਕੀਤਾ, ਮਿਹਨਤ ਮੁਸ਼ੱਕਤ ਕੀਤੀ ਕਿ ਉਹ ਖਾਮੀਆਂ ਉਸ ਹਾਦਸੇ ਦਾ ਕਰਕੇ ਜਿਹੜੀਆਂ ਰਹੀਆਂ, ਭਾਵੇਂ ਕਿ ਉਹਨਾਂ ਨੂੰ ਉਸ ਤਰੀਕੇ ਨਾਲ ਪੂਰਾ ਨਹੀਂ ਕੀਤਾ ਜਾ ਸਕਦਾ, ਪਰ ਮਿਹਨਤ ਮੁਸ਼ੱਕਤ ਕਰਕੇ ਉਹ ਕਮੀ ਜਿਹੜੀ ਆ, ਉਹ ਖੱਪਾ ਜਿਹੜਾ ਉਹਨੂੰ ਭਰਨ ਦੀ ਕੋਸ਼ਿਸ਼ ਜ਼ਰੂਰ ਕੀਤੀ ਜਾਏਗੀ। ਸਾਡੇ ਨਾਲ ਇੱਕ ਬੱਚੀ ਹੈ, ਵੈਸੇ ਉਹਨੂੰ ਰੋਜ਼ ਪਹਿਲਵਾਨ ਜਿਹੜਾ ਆ ਉਹਦੇ ਨਾਮ ਦੇ ਨਾਲ ਜਾਣਿਆ ਜਾਂਦਾ ਅਖਾੜਿਆਂ ਦੇ ਵਿੱਚ, ਔਰ ਕਹਿੰਦੇ ਕਹਾਉਂਦੇ ਜਿਹੜੇ ਲੜਕੇ ਪਹਿਲਵਾਨ ਆ ਉਹਨਾਂ ਨੂੰ ਵੀ ਚਿੱਤ ਕਰ ਦਿੰਦੀ ਹੈ। ਸਭ ਤੋਂ ਪਹਿਲਾਂ ਤੇ ਟੀਵੀ ਪੰਜਾਬ ਤੇ ਜੀ ਆਇਆਂ ਨੂੰ, ਔਰ ਨਾਲ ਹੀ ਕਹਿ ਸਕਦੇ ਕਿ ਸਲਾਮ ਵੀ ਕਰਦੇ ਆ ਤੁਹਾਡੇ ਜਜ਼ਬੇ ਨੂੰ, ਕਿ ਉਹ ਜਜ਼ਬਾ ਜਿਹੜਾ ਤੁਸੀਂ ਜਗਾਇਆ ਆਪਣੇ ਅੰਦਰ। ਕਿਉਂਕਿ ਜਿਹੜੀ ਹਾਦਸੇ ਦੀ ਗੱਲ ਕੀਤੀ ਸੀਗੀ, ਜਿੰਨਾ ਕੁ ਮੈਨੂੰ ਪਤਾ ਲੱਗਾ ਸੀਗਾ ਕਿ ਪਰਿਵਾਰ ਦੇ ਵਿੱਚ ਤੁਹਾਡੇ ਭਰਾ ਜਿਹੜੇ ਆ ਉਹ ਪਹਿਲਾਂ ਦੰਗਲ ਕਰਦੇ ਹੁੰਦੇ ਸੀਗੇ, ਪਰ ਉਹਨਾਂ ਦੀ ਅਚਨਚੇਤ ਜਿਹੜੀ ਆ ਉਹ ਮੌਤ ਹੋਈ। ਉਸ ਤੋਂ ਬਾਅਦ ਤੁਸੀਂ ਤਹਈਆ ਕੀਤਾ ਕਿ ਉਹ ਸੁਪਨੇ ਮੈਂ ਪੂਰੇ ਕਰਨੇ ਆ ਨਾ। ਹਾਂਜੀ, ਪਹਿਲਾਂ ਬ੍ਰਦਰ ਕਰਦਾ ਸੀਗਾ ਰੈਸਲਿੰਗ, ਉਹ ਅਕੈਡਮੀ 'ਚ ਸੀਗਾ, ਉਹਦੀ ਫਿਰ ਡੈਥ ਤੋਂ ਬਾਅਦ ਮੈਂ ਸਟਾਰਟ ਕੀਤਾ। ਹਾਂਜੀ। ਤੇ ਫਿਰ ਕਿਸ ਤਰੀਕੇ ਨਾਲ ਸ਼ੁਰੂਆਤ ਹੋਈ, ਕਿੰਨਾ ਕੁ ਔਖਾ ਲੱਗਾ? ਕਿਉਂਕਿ ਇੱਕਦਮ ਜਦੋਂ ਤੁਸੀਂ ਟਰੈਕ ਬਦਲਦੇ ਆ ਨਾ, ਭਾਵੇਂ ਪਰਿਵਾਰ ਦੇ ਵਿੱਚ ਉਹ ਦੰਗਲ ਪਹਿਲਾਂ ਮੌਜੂਦ ਸੀਗਾ, ਪਰ ਪਹਿਲਾਂ ਨਹੀਂ ਸੋਚਿਆ ਹੋਣਾ ਤੁਸੀਂ ਕਿ ਦੰਗਲ ਕਰਨਾ ਆ, ਪਰ ਇੱਕਦਮ ਜਦੋਂ ਭਰਾ ਦੇ ਜਾਣ ਤੋਂ ਬਾਅਦ ਲੱਗਾ ਕਿ ਹਾਂ ਹੁਣ ਮੈਂ ਇਹ ਜ਼ਿੰਮੇਵਾਰੀ ਚੱਕਣੀ। ਜਦੋਂ ਜ਼ਿੰਮੇਵਾਰੀ ਚੱਕ ਕੇ ਤੁਸੀਂ ਕੰਮ ਕਰਦੇ ਆ ਨਾ ਕੋਈ, ਤੇ ਫਿਰ ਮਿਹਨਤ ਬਹੁਤ ਕਰਨੀ ਪੈਂਦੀ ਆ। ਫਿਰ ਕਿੱਦਾਂ ਸ਼ੁਰੂਆਤ ਹੋਈ ਸੀਗੀ, ਕਿੰਨਾ ਕੁ ਔਖਾ ਪਹਿਲੇ ਪਹਿਲ ਲੱਗਾ ਸੀ, ਤੇ ਫਿਰ ਉਸ ਤੋਂ ਬਾਅਦ ਸੌਖਾ ਕਿੱਦਾਂ ਗਿਆ ਹੁੰਦਾ ਗਿਆ, ਤੇ ਫਿਰ ਆਨੰਦ ਕਿਵੇਂ ਆਉਣਾ ਸ਼ੁਰੂ ਹੋਇਆ ਇਸ ਕੁਸ਼ਤੀ ਦੇ ਵਿੱਚੋਂ? ਪਹਿਲਾ ਦੰਗਲ ਸਾਡੇ ਪਿੰਡ ਦਾ ਹੀ ਸੀ, ਪਾਪਾ ਨੇ ਪ੍ਰੈਕਟਿਸ ਬਹੁਤ ਕਰਾਈ ਮੇਰੀ, ਫਿਰ ਉਹਦੇ ਕਰਕੇ ਇੰਨਾ ਔਖਾ ਨਹੀਂ ਲੱਗਿਆ। ਸਾਰੇ ਸਪੋਰਟ ਬਹੁਤ ਕਰਦੇ ਸੀ, ਪਾਪਾ ਸਭ ਤੋਂ ਵੱਧ ਸਪੋਰਟ ਕਰਦੇ ਸੀ, ਪਾਪਾ ਹੀ ਪ੍ਰੈਕਟਿਸ ਕਰਾਉਂਦੇ ਸੀ, ਇਹਨਾਂ ਨੇ ਹੀ ਕੋਚਿੰਗ ਦੇਣੀ। ਹਾਂਜੀ, ਉਸ ਤੋਂ ਬਾਅਦ ਹੌਲੀ ਹੌਲੀ ਨਾਲ ਦੇ ਪਿੰਡਾਂ 'ਚ ਫਿਰ ਡਿਸਟ੍ਰਿਕਟ, ਫਿਰ ਸਾਰੇ ਲੈਵਲ ਇੱਦਾਂ ਖੇਡੇ, ਪੰਜਾਬ ਲੈਵਲ 'ਤੇ ਵੀ ਆਪਣੇ ਵੇਟ 'ਚ। ਆਪਣੇ ਵੇਟ 'ਚ ਪੰਜਾਬ ਲੈਵਲ 'ਤੇ ਵੀ ਖੇਡੇ ਹੋ, ਔਰ ਡਿਸਟ੍ਰਿਕਟ ਲੈਵਲ 'ਤੇ ਮੈਨੂੰ ਪਤਾ ਲੱਗਾ ਕਿ 2-3 ਵਾਰ ਪਹਿਲੀ ਪੋਜੀਸ਼ਨ ਹਾਸਲ ਕੀਤੀ ਹੈ, ਅਤੇ ਸਟੇਟ ਲੈਵਲ 'ਤੇ ਵੀ ਜਿਹੜਾ ਆ ਉਹ ਦੂਸਰੇ ਨੰਬਰ 'ਤੇ ਰਹੇ ਹੋ ਤੁਸੀਂ। ਹਾਂਜੀ, ਮੇਰਾ ਵੇਟ 49 kg ਆ। ਅੰਡਰ 17 'ਚ ਖੇਲਦੀ, ਮੇਰੀ ਏਜ 15 ਸਾਲ ਆ। ਅੰਡਰ ਏਜ ਖੇਲਦੀ ਮੈਂ। ਅੰਡਰ ਏਜ ਖੇਲਦੇ? ਹਾਂਜੀ। ਅੱਛਾ, ਜਦੋਂ ਸ਼ੁਰੂ ਕੀਤਾ ਸੀਗਾ ਦੰਗਲ ਖੇਡਣਾ ਆ, ਤੇ ਪਹਿਲਾਂ ਉਹ ਕੁੜੀਆਂ ਵਾਲਾ ਉਹੀ ਸੁਭਾਅ, ਉਹੀ ਥੋੜ੍ਹਾ ਜਿਹਾ ਕਿ ਹਲਕੇ ਫੁਲਕੇ ਕੰਮ ਕਰਨੇ ਆ, ਉੱਦਾਂ ਚੱਲਦਾ ਸੀ, ਜਾਂ ਪਹਿਲਾਂ ਵੀ ਕੋਈ ਗੱਲ ਨਹੀਂ ਭਰਾ ਕੁਸ਼ਤੀ ਲੜਦਾ ਸੀ ਤੇ ਉਹਦੇ ਨਾਲ ਲੜਦੇ ਝਗੜਦਿਆਂ ਕੁਸ਼ਤੀ ਵਾਲਾ ਸਿਸਟਮ ਤਾਂ ਉਦੋਂ ਵੀ ਚੱਲਦਾ ਸੀਗਾ? ਹਾਂਜੀ, ਉਹ ਪੰਗੇ ਲੈਂਦਾ ਰਹਿੰਦਾ ਸੀ, ਨਾਲੇ ਕੁੜੀਆਂ ਵਾਂਗੂ ਨਹੀਂ ਮੁੰਡਿਆਂ ਵਾਂਗੂ ਹੀ ਰੱਖਿਆ ਸ਼ੁਰੂ ਤੋਂ ਹੀ ਪਾਪਾ ਨੇ। ਉਹਦੇ ਨਾਲ ਕਰਦੇ ਕਰਦੇ ਫਿਰ ਥੋੜ੍ਹੀ ਆਦਤ ਪੈ ਗਈ ਸੀ ਕਰਨ ਦੀ, ਉਹ ਨਾਲ ਹੀ ਕਰਦਾ ਰਹਿੰਦਾ ਸੀ, ਤੈਨੂੰ ਇੱਦਾਂ ਸਿਖਾਵਾਂ ਉੱਦਾਂ ਸਿਖਾਵਾਂ, ਥੋੜ੍ਹਾ ਪਤਾ ਸੀ। ਫਿਰ ਦੰਗਲ ਫਿਲਮ ਦੇਖੀ ਹੈ? ਹਾਂਜੀ ਜ਼ਰੂਰ। ਤੇ ਤੁਸੀਂ ਕਹਿੰਦੇ ਕਿ ਤੁਹਾਡੇ ਪਿਤਾ ਸ਼੍ਰੀ ਨੇ ਤੁਹਾਨੂੰ ਟ੍ਰੇਨਿੰਗ ਦਿੱਤੀ, ਉਹ ਜਿੱਦਾਂ ਉਹਦੇ ਵਿੱਚ ਬਾਪੂ ਸਿਹਤ ਕੇ ਲਈ ਤੂੰ ਹਾਨੀਕਾਰਕ ਹੈ, ਸਥਿਤੀਆਂ ਉੱਦਾਂ ਦੀਆਂ ਬਣਦੀਆਂ ਨਜ਼ਰ ਆਈਆਂ ਸੀਗੀਆਂ, ਜਾਂ ਸੌਖਿਆਂ ਸੌਖਿਆ ਹੀ ਸਿਖਾਤਾ ਹੈਗਾ?
ਪਹਿਲਾਂ ਤਾਂ ਹਾਨੀਕਾਰਕ ਹੀ ਸੀ ਹਾਨੀਕਾਰਕ ਸੀ, ਹੁਣ ਸਹੀ ਆ। ਹੁਣ ਠੀਕ ਹੈ। ਹਾਂਜੀ ਹੁਣ ਆਦਤ ਪੈ ਗਈ ਜਿੱਦਾਂ ਹੁਣ ਪ੍ਰੈਕਟਿਸ ਦੀ। ਪਹਿਲਾਂ ਪਹਿਲਾਂ ਔਖਾ ਲੱਗਦਾ ਸੀ। ਕਦੀ ਮਨ ਦੇ ਵਿੱਚ ਖਿਆਲ ਆਇਆ ਸੀਗਾ ਕਿ ਮੈਂ ਲੜਕੀ ਹਾਂ ਤੇ ਅਖਾੜੇ ਦੇ ਵਿੱਚ ਜਾ ਕੇ ਮੈਂ ਲੜਕੇ ਨਾਲ ਜੇ ਭਿੜਦੀ ਹਾਂ ਤੇ ਮੇਰੀ ਤਾਕਤ ਜਿਹੜੀ ਆ ਮੈਨੂੰ ਦੁੱਗਣੀ ਤਿੱਗਣੀ ਲਾਉਣੀ ਪੈਣੀ ਆ ਜੇ ਮੈਂ ਸਾਹਮਣੇ ਵਾਲੇ ਭਲਵਾਨ ਨੂੰ ਚਿੱਤ ਕਰਨਾ ਆ, ਲੱਗਣੀ ਆ ਨਹੀਂ ਲੱਗਣੀ, ਥੋੜਾ ਬਹੁਤਾ ਮਨ ਦੇ ਅੰਦਰ ਡਰ ਕੁਝ ਇਦਾਂ ਦਾ ਵੀ ਹੁੰਦਾ ਸੀਗਾ ਜਾਂ ਪੈਂਦੀ ਸੱਟੇ ਸ਼ੁਰੂ ਤੋਂ ਹੀ ਇਦਾਂ ਦੇ ਹਾਲਾਤ ਰਹੇ ਕੋਈ ਗੱਲ ਨਹੀਂ ਜੋ ਵੀ ਹੋਊਗਾ ਦੇਖੀ ਜਾਊਗਾ, ਹਾਰ ਜਿੱਤ ਖੇਡ 'ਚ ਹੁੰਦੀ ਰਹਿੰਦੀ ਹੈ? ਪਾਪਾ ਦੀ ਸਪੋਰਟ ਸੀਗੀ, ਫਿਰ ਡਰ ਨਹੀਂ ਲੱਗਦਾ ਸੀ, ਪਾਪਾ ਹੈਗੇ ਆ ਨਾਲ। ਪ੍ਰੈਕਟਿਸ ਬਹੁਤ ਕਰਾਈ ਸੀ, ਫਿਰ ਡਰ ਤਾਂ ਹੈ ਨਹੀਂ ਸੀ ਇੰਨਾ, ਪਰ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰੀ ਦੀ। ਹਾਰਾਂ ਵੀ ਦੇਖੀਆਂ ਅਖਾੜੇ ਦੇ ਵਿੱਚ? ਹਾਂਜੀ ਦੇਖੀਆਂ, ਸਭ ਨੂੰ ਦੇਖਣੇ ਪੈਂਦੀਆਂ। ਤੇ ਉਹਨਾਂ ਹਾਰਾਂ ਦੇ ਵਿੱਚੋਂ ਕੀ ਸਿੱਖਿਆ? ਹਾਰਾਂ ਦੇ ਵਿੱਚੋਂ ਕੀ ਕਿੱਦਾਂ ਦੇ ਅਹਿਸਾਸ ਨਿਕਲ ਕੇ ਸਾਹਮਣੇ ਆਏ? ਕਿਉਂਕਿ ਜੇ ਜਿੱਤਦਾ ਹੀ ਰਵੇ ਨਾ ਬੰਦਾ ਤੇ ਫਿਰ ਉਹ ਜਿੱਤ ਦਾ ਸਵਾਦ ਵੀ ਖਤਮ ਹੋ ਜਾਂਦਾ, ਹਾਰਾਂ ਨਾਲ ਜਿੱਤ ਦਾ ਸਵਾਦ ਬਣਦਾ। ਕਿੱਦਾਂ ਦੇ ਉਦੋਂ ਅਹਿਸਾਸ ਹੁੰਦੇ ਸੀ ਤੇ ਫਿਰ ਅਗਲੇ ਦੰਗਲ ਲਈ ਕਿਵੇਂ ਤਿਆਰ ਕਰਦੇ ਸੀ ਆਪਣੇ ਆਪ ਨੂੰ? ਹਾਰ ਤੋਂ ਬਾਅਦ ਤਾਂ ਫਿਰ ਮਿਹਨਤ ਡਬਲ ਹੋ ਜਾਂਦੀ ਸੀਗੀ। ਫਿਰ ਆਪਣੇ ਤੇ ਹੁੰਦਾ ਸੀ ਵੀ ਨਹੀਂ ਹਲੇ ਵੀ ਇੰਪਰੂਵਮੈਂਟ ਲਈ ਕਾਰਨਰ ਹੈਗਾ ਆ, ਹੋਰ ਇੰਪਰੂਵ ਕਰਨਾ ਆਪਣੇ ਆਪ ਨੂੰ। ਹਾਰ ਤੋਂ ਬਾਅਦ ਝਿੜਕਾਂ ਵੀ ਪੈਂਦੀਆਂ ਸੀਗੀਆਂ? ਉਹ ਤਾਂ ਪੈਂਦੀਆਂ। ਕੱਲੀਆਂ ਝਿੜਕਾਂ ਹੀ ਪੈਂਦੀਆਂ ਸੀਗੀਆਂ ਜਾਂ ਧੌਲ ਧੱਫਾ ਵੀ ਪੈ ਜਾਂਦਾ? ਕਿਉਂਕਿ ਭਲਵਾਨ ਕੱਲੀ ਝਿੜਕ ਦੇ ਨਾਲ ਤੇ ਕਿਤੇ ਉਹਦੇ ਬਾਰੇ ਨਜ਼ਾਰੇ ਨਹੀਂ ਆਉਂਦਾ, ਉਹ ਦੋ ਪਈਆਂ ਕਿੱਧਰ ਗਈਆਂ ਤੇ ਸਦਕੇ ਹੀ ਮੰਨ ਜਾਂਦਾ ਹੈ ਨਾ। ਹਾਂਜੀ ਤੇ ਪੈ ਵੀ ਜਾਂਦੀਆਂ ਸੀ ਨਾ? ਹਾਂਜੀ ਝਿੜਕੇ ਹੀ ਪਏ ਜ਼ਿਆਦਾ ਤਾਂ। ਜ਼ਿਆਦਾ ਝਿੜਕਾਂ ਹੀ ਪਈਆਂ? ਪ੍ਰੈਕਟਿਸ 'ਚ ਨਿਕਲ ਜਾਂਦੀ ਸੀ ਕਸਰ ਸਾਰੀ। ਕਸਰ ਨਿਕਲ ਜਾਂਦੀ ਪ੍ਰੈਕਟਿਸ ਦੇ ਵਿੱਚ। ਉੱਦਾਂ ਨਹੀਂ ਕਰਦੇ ਸੀਗੇ, ਉੱਦਾਂ ਦੰਗਲ 2-4 ਪ੍ਰੈਕਟਿਸ 'ਚ ਵੱਧ ਕਰਵਾ ਦਿੰਦੇ ਸੀਗੇ, ਹੱਡ ਪੈਰ ਜਿਹੜਾ ਉਹ ਥੋੜਾ ਜਿਹਾ ਜ਼ਿਆਦਾ ਦੁਖਣ ਲੱਗ ਪੈਂਦੇ ਹੋਣਗੇ ਕਿ ਹਾਂ ਅੱਜ ਮਿਹਨਤ ਮੁਸ਼ੱਕਤ ਜ਼ਿਆਦਾ ਕਰਾਤੀ ਹੈ। ਆਪਣੇ ਅਖਾੜੇ ਦੇ ਵਿੱਚ ਜਿੱਥੇ ਤੁਸੀਂ ਰਿਹਰਸਲ ਕਰਦੇ, ਜਿੱਥੇ ਤੁਸੀਂ ਪ੍ਰੈਕਟਿਸ ਕਰਦੇ ਹੋ, ਉਸ ਅਖਾੜੇ ਦੇ ਵਿੱਚ ਕਿੰਨਾ ਸਮਾਂ ਬਤੀਤ ਕਰਦੇ ਹੋ ਤੇ ਜਿਹਦੇ ਤੋਂ ਬਾਅਦ ਲੱਗਦਾ ਕਿ ਹਾਂ ਇੰਨਾ ਮੇਰੇ ਲਈ ਕਾਫੀ ਆ, ਇਹਦੇ ਨਾਲ ਇੰਨਾ ਕੁ ਟਾਈਮ ਜੇ ਰੋਜ਼ ਲਾਵਾਂ ਤੇ ਮੈਂ ਮੁਕਾਬਲਿਆਂ ਦੇ ਵਿੱਚ ਆਪਣੇ ਆਪ ਨੂੰ ਮਜ਼ਬੂਤੀ ਨਾਲ ਰੱਖ ਸਕਦੀ ਹਾਂ? 5 ਤੋਂ 7 ਕਰਦੇ ਆ ਸਵੇਰ ਨੂੰ? ਸਵੇਰ ਨੂੰ 4 ਵਜੇ। ਸਵੇਰੇ 4 ਵਜੇ? ਹਾਂਜੀ ਗਰਾਊਂਡ ਵੱਲ ਪ੍ਰੈਕਟਿਸ ਕਰਦੇ। ਕਿੱਦਾਂ ਦੀ ਪ੍ਰੈਕਟਿਸ ਹੁੰਦੀ ਆ ਉਸ ਕੁਸ਼ਤੀ ਦੇ ਦੌਰਾਨ? ਕੁਸ਼ਤੀ ਹੀ ਲੜੀ ਜਾਂਦੀ ਆ ਜਾਂ ਇਹਦੇ ਨਾਲ ਹੋਰ? ਕਿਉਂਕਿ ਪਹਿਲਵਾਨ ਦੀਆਂ ਸਟੈਟਿਕਸ ਬਹੁਤ ਆ, ਹੁਣ ਤਾਂ ਪਹਿਲਵਾਨੀ ਜਿਹੜਾ ਉਹ ਇਕੱਲਾ ਜ਼ੋਰ ਦਾ ਖੇਡ ਰਹਿ ਹੀ ਨਹੀਂ ਗਈ ਆ, ਤੁਹਾਨੂੰ ਤਕਨੀਕਾਂ ਦਾ ਪੇਚ ਜਿਹੜੇ ਆ ਉਹ ਬੜੇ ਲਾਉਣੇ ਪੈਂਦੇ ਆ। ਉਹਦੇ ਲਈ ਵੱਖਰੀ ਪ੍ਰੈਕਟਿਸ ਕਰਦੇ ਹੋ, ਜ਼ੋਰ ਵਧਾਉਣ ਲਈ ਵੱਖਰੀ ਪ੍ਰੈਕਟਿਸ ਕਰਦੇ ਹੋ ਜਾਂ ਉਹਦੇ ਵਿੱਚ ਹੀ ਸਾਰੀਆਂ ਚੀਜ਼ਾਂ ਸ਼ਾਮਲ ਹੁੰਦੀਆਂ ਨੇ? ਸਾਰੇ ਦੇ ਅਲੱਗ-ਅਲੱਗ ਹੁੰਦੀ ਆ। ਸਪੀਡ ਵਧਾਉਣ ਲਈ ਹੋਰ ਮਿਹਨਤ ਕਰਨੀ ਪੈਂਦੀ ਆ, ਟੈਕਨੀਕ ਜ਼ਰੂਰੀ ਆ, ਸਟ੍ਰੈਚਿੰਗ ਬਹੁਤ ਜ਼ਰੂਰੀ ਆ ਮੈਟ ਦੀ ਕੁਸ਼ਤੀ ਵਿੱਚ, ਉਹਦੇ ਬਿਨਾਂ ਕਰ ਨਹੀਂ ਸਕਦਾ। ਫਿਰ ਕ੍ਰਾਸ ਕੰਟਰੀ ਜਾਈਦਾ ਸਟੈਮਿਨਾ ਵਾਸਤੇ, ਸਭ ਦਾ ਅਲੱਗ-ਅਲੱਗ ਹੁੰਦਾ। ਅੱਛਾ, ਇੱਥੇ ਜਿੱਥੇ ਤੁਸੀਂ ਪ੍ਰੈਕਟਿਸ ਕਰਦੇ ਹੋ ਉਹ ਅਖਾੜਾ ਆ, ਮਿੱਟੀ ਵਾਲਾ ਅਖਾੜਾ ਆ, ਤੁਸੀਂ ਮੈਟ ਦੀ ਗੱਲ ਕੀਤੀ, ਕਿੰਨਾ ਕੁ ਫਰਕ ਲੱਗਾ ਸੀਗਾ ਜਦੋਂ ਤੁਸੀਂ ਇਸ ਮਿੱਟੀ ਵਾਲੇ ਅਖਾੜੇ 'ਚੋਂ ਤਿਆਰੀ ਕਰਕੇ ਮੈਟ ਦੇ ਵਿੱਚ ਜਾ ਕੇ ਕੁਸ਼ਤੀ ਲੜੀ ਸੀਗੀ ਤੇ ਉਸ ਤੋਂ ਬਾਅਦ ਕੁਝ ਅਹਿਸਾਸ ਹੋਇਆ ਸੀਗਾ ਕਿ ਨਹੀਂ ਮੈਨੂੰ ਮਿੱਟੀ ਦੇ ਨਾਲ ਨਾਲ ਨਾ ਮੈਟ ਦੇ ਉੱਤੇ ਵੀ ਪ੍ਰੈਕਟਿਸ ਕਰਨੀ ਚਾਹੀਦੀ ਹੈ? ਹਾਂਜੀ ਮੈਟ ਦੀ ਹੋਰ ਪ੍ਰੈਕਟਿਸ ਆ, ਮੈਟ ਤੇ ਸਪੀਡ ਬਹੁਤ ਤੇਜ਼ ਚਾਹੀਦੀ ਆ ਮਿੱਟੀ ਨਾਲੋਂ। ਮੈਟ ਤੇ ਸਾਰਾ ਅਲੱਗ ਆ, ਮਿੱਟੀ ਤੇ ਅਲੱਗ ਆ। ਮੈਟ ਵਾਲੀਆਂ ਟੈਕਨੀਕਸ ਵੀ ਤੁਹਾਡੇ ਪਿਤਾ ਸ਼੍ਰੀ ਦੱਸਦੇ ਨੇ ਜਾਂ ਉਹ ਕੋਈ ਹੋਰ ਦੱਸਦਾ ਹੈ? ਮਿੱਟੀ ਵਾਲੀਆਂ ਤਕਨੀਕਾਂ ਜਿਹੜੀਆਂ ਉਹ ਇਹਨਾਂ ਨੇ ਦੱਸੀਆਂ? ਨਹੀਂ ਦੋਨੋਂ ਦੱਸ ਦਿੰਦੇ। ਮੈਨੂੰ ਪੰਜਾਬ ਵੱਲੋਂ ਸਰਕਾਰ ਵੱਲੋਂ ਕੋਚ ਲੱਗੇ ਹੋਏ ਆ, ਸਰਕਾਰੀ ਕੋਚ, ਉਹ ਟ੍ਰੇਨਿੰਗ ਦਿੰਦੇ। ਖਾੜਾ ਬਾੜੋਵਾਲ ਉੱਧਰ ਪ੍ਰੈਕਟਿਸ ਚੱਲਦੀ, ਉੱਧਰ ਡਾਈਟ ਆਉਂਦੀ ਸਰਕਾਰ ਵੱਲੋਂ। ਹਾਂਜੀ ਸਰਕਾਰ ਵੱਲੋਂ ਮਦਦ ਮਿਲ ਰਹੀ ਆ ਪੂਰੀ? ਮਦਦ ਤਾਂ ਨਹੀਂ, ਮੈਟ ਦਾ ਆ ਔਖਾ ਕਿਉਂਕਿ ਮਿੱਟੀ ਦੇ ਖਾੜੇ 'ਚ ਡੇਲੀ ਕਰ ਵੀ ਨਹੀਂ ਸਕਦੇ। ਫਿਰ ਮੀਂਹ ਪੈ ਜਾਂਦਾ, ਕਣੀ ਪੈ ਜਾਂਦੀ, ਫਿਰ ਔਖਾ ਹੁੰਦਾ। ਨਹੀਂ ਤੁਸੀਂ ਕਿਹਾ ਕਿ ਉਹ ਮੈਟ ਵਾਲਾ ਅਖਾੜਾ ਹੈ ਤੁਹਾਨੂੰ ਉਪਲਬਧ ਕਰਵਾਇਆ ਗਿਆ ਹੈ ਨਾ, ਤੇ ਉੱਥੇ ਉਹ ਇਕੱਲਾ ਅਖਾੜਾ ਹੀ ਉਪਲਬਧ ਕਰਵਾਇਆ ਗਿਆ, ਕੋਚ ਹੀ ਉਪਲਬਧ ਕਰਾਏ ਜਾਏ ਜਾਂ ਫਿਰ ਕੋਈ ਮਦਦ ਵੀ ਮਿਲਦੀ ਹੈ ਸਰਕਾਰ ਵੱਲੋਂ? ਡਾਈਟ ਤੁਹਾਨੂੰ ਦਿੱਤੀ ਜਾਂਦੀ ਆ? ਤੁਹਾਡੇ ਕੋਈ ਖਰਚੇ ਜਿਹੜੇ ਹੁੰਦੇ ਆ ਆਉਣ ਜਾਣ ਦੇ ਜਿਹੜੇ ਮੁਕਾਬਲਿਆਂ ਦੇ ਵਿੱਚ ਉਹਨਾਂ ਦਾ ਕੋਈ ਭਰਪਾਈ ਕੀਤੀ ਜਾਂਦੀ ਹੈ? ਇੱਦਾਂ ਦਾ ਕੁਝ ਹੈ? ਨਹੀਂ ਇੱਦਾਂ ਦਾ ਕੁਝ ਨਹੀਂ। ਖਾੜਾ ਜਿਹੜਾ ਹੈਗਾ ਸਰਕਾਰ ਵੱਲੋਂ 1.5 ਘੰਟਾ ਦੂਰ ਆ, ਬੰਗਿਆਂ ਉੱਧਰ ਆ, ਫਿਰ ਇੰਨੀ ਦੂਰ ਆਉਣ ਜਾਣ ਦਾ ਬਹੁਤ ਔਖਾ ਹੁੰਦਾ। ਕਿਰਾਇਆ ਲਾ ਕੇ ਜਾਣਾ ਪੈਂਦਾ? ਹਾਂਜੀ ਜਾਣਾ। ਕਿਰਾਇਆ ਦਿੱਤਾ ਜਾਂਦਾ ਸਰਕਾਰ ਵੱਲੋਂ? ਨਹੀਂ ਆਪ ਹੀ ਜਾਣਾ ਪੈਂਦਾ। ਆਪ ਹੀ ਜਾਣਾ ਪੈਂਦਾ? ਹਾਂਜੀ। ਫਿਰ ਕਿੱਦਾਂ ਜਾਂਦੇ ਹੋ? ਦੌੜ ਕੇ ਜਾਂਦੇ ਹੋ ਜਾਂ ਸਕੂਟਰ ਵਗੈਰਾ ਤੇ? ਨਹੀਂ ਕਾਰ 'ਚ ਕਈ ਵੇਲੇ ਪਾਪਾ ਜਾਂਦੇ ਨਾਲ, ਕਈ ਵੇਲੇ ਦਾਦੂ ਜਾਂਦੇ। ਓਕੇ। ਹਾਂਜੀ। ਆਪ ਨਹੀਂ ਜਾਂਦੇ ਇਕੱਲੇ? ਨਹੀਂ ਇਕੱਲੇ ਨਹੀਂ। ਇਕੱਲੇ ਨਹੀਂ ਜਾਂਦੇ। ਅੱਛਾ ਇੱਕ ਚੀਜ਼ ਹੋਰ ਹੁੰਦੀ ਹੈ ਨਾ, ਜੋ ਆਲੇ ਦੁਆਲੇ ਦਾ ਮਾਹੌਲ ਹੁੰਦਾ, ਹੁਣ ਤਾਂ ਮੈਨੂੰ ਲੱਗਦਾ ਕਿ ਰੋਜ਼
ਨੂੰ ਇੰਨਾ ਕੁ ਲੋਕ ਜਾਣਨ ਲੱਗ ਪਏ ਆਲੇ ਦੁਆਲੇ ਕਿ ਛੇਤੀ ਕਿਤੇ ਕਿਸੇ ਕਿਸਮ ਦੀ ਦਿੱਕਤ ਵੀ ਨਹੀਂ ਆਉਂਦੀ ਹੋਣੀ ਆ, ਸਲੂਟ ਹੀ ਵੱਜਦੇ ਹੋਣਗੇ। ਪਰ ਕੁੜੀਆਂ ਨੂੰ ਲੈ ਕੇ ਜਿੱਦਾਂ ਦੀ ਸੋਚ ਹੁੰਦੀ ਸਾਡੀ ਸੁਸਾਇਟੀ ਦੇ ਵਿੱਚ, ਇੱਦਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਨਾ ਆਮ ਤੌਰ 'ਤੇ ਗਲੀਆਂ ਬਾਜ਼ਾਰਾਂ ਸੜਕਾਂ ਦੇ ਉੱਤੇ। ਅਤੇ ਇੱਦਾਂ ਦੀਆਂ ਪਰਿਸਥਿਤੀਆਂ ਕਦੀ ਦੇਖਣ ਨੂੰ ਮਿਲੀਆਂ, ਫਿਰ ਠੋਕਵਾਂ ਜਵਾਬ ਦਿੱਤਾ ਕਦੀ? ਨਹੀਂ ਇੱਦਾਂ ਤਾਂ ਹੈ ਨਹੀਂ ਕੋਈ, ਪਿੰਡ 'ਚ ਤਾਂ ਸਾਰੇ ਹੀ ਜਾਣਦੇ ਆ। ਇਸ ਕਰਕੇ ਹਿੰਮਤ ਹੀ ਨਹੀਂ ਕਿਸੇ ਦੀ? ਨਹੀਂ ਹੈ ਨਹੀਂ, ਪਾਪਾ ਤੋਂ ਡਰਦੇ ਸਾਰੇ। ਅੱਛਾ, ਅੱਗੇ ਕਿਹੜੇ ਕਿਹੜੇ ਸੁਪਨੇ ਸੰਜੋਏ ਹੋਏ ਆ ਕਿ ਕੀ ਕਰਨਾ ਆ, ਕਿੱਥੇ ਤੱਕ ਪਹੁੰਚਣਾ ਆ? ਕਿਉਂਕਿ ਜਦੋਂ ਤੁਸੀਂ ਕੋਈ ਖੇਡ ਸ਼ੁਰੂ ਕਰਦੇ ਆ ਨਾ, ਉਸ ਖੇਡ ਦੇ ਨਾਲ ਤੁਹਾਡੇ ਸੁਪਨੇ ਥੋੜ੍ਹੇ ਕਰਕੇ ਵੱਡੇ ਹੋਣੇ ਸ਼ੁਰੂ ਹੋ ਜਾਂਦੇ ਆ। ਜਦੋਂ ਸ਼ੁਰੂਆਤ ਕੀਤੀ ਸੀ ਤੁਹਾਨੂੰ ਲੱਗਾ ਹੋਵੇਗਾ ਕਿ ਪਿੰਡ ਦਾ ਦੰਗਲ ਜਿਹੜਾ ਆ ਉਹ ਮੈਂ ਜਿੱਤਣਾ ਆ, ਹੈ ਨਾ, ਇੱਥੇ ਪਿੰਡ 'ਚ ਮੇਰਾ ਨਾਂ ਹੋਣਾ ਚਾਹੀਦਾ। ਫਿਰ ਡਿਸਟ੍ਰਿਕਟ ਲੈਵਲ ਖੇਡਿਆ, ਫਿਰ ਸਟੇਟ ਲੈਵਲ ਵੀ ਖੇਡਿਆ। ਹੁਣ ਇਸ ਤੋਂ ਬਾਅਦ ਕਿਹੜੇ ਸੁਪਨੇ ਸੰਜੋਏ ਹੋਏ ਆ ਕਿ ਕਿੱਧਰ ਨੂੰ ਜਾਣਾ ਆ, ਅਤੇ ਕਿਸ ਤਰੀਕੇ ਨਾਲ ਆਪਣੇ ਪਰਿਵਾਰ ਦਾ ਅਤੇ ਆਪਣੇ ਇਸ ਸੂਬੇ ਦਾ ਨਾਮ ਰੌਸ਼ਨ ਕਰਨਾ? ਇਸ ਤੋਂ ਬਾਅਦ ਨੈਸ਼ਨਲ, ਫਿਰ ਓਲੰਪਿਕ ਰੀਓ ਦਾ ਮੇਨ ਹੈ, ਕਿਉਂਕਿ ਏਸ਼ੀਅਨ ਬਾਅਦ 'ਚ ਸਾਰੇ ਉੱਧਰ ਹੀ ਜਾਂਦੇ, ਓਲੰਪਿਕ 'ਚ ਹੀ ਆ ਮੇਨ ਤਾਂ। ਓਲੰਪਿਕ 'ਚ ਆਪਣਾ ਰੈਸਲਿੰਗ ਦਾ ਇੱਕੋ ਹੀ ਮੈਡਲ ਆ, ਉਹ ਵੀ ਸਾਕਸ਼ੀ ਮਲਿਕ ਦਾ। ਅਤੇ ਬਾਕੀ ਉਹ ਸਾਰੇ ਵੂਮੈਨ ਰੈਸਲਰ ਤਾਂ ਇੱਕੋ ਹੀ ਆ, ਮੈਨ ਰੈਸਲਰ ਦੇ ਹੈਗੇ ਆ ਮੈਡਲ। ਤਾਂ ਮੈਂ ਵੀ ਚਾਹੁੰਦੀ ਕਿ ਮੈਂ ਵੀ ਆਪਣੇ ਦੇਸ਼ ਲਈ ਇੱਕ ਮੈਡਲ ਲੈ ਕੇ ਆਵਾਂ ਓਲੰਪਿਕ 'ਚ। ਓਲੰਪਿਕਸ ਦੇ ਵਿੱਚ ਜਾਣ ਦਾ ਸੁਪਨਾ ਹੈ, ਅਤੇ ਫਿਰ ਓਲੰਪਿਕਸ ਤੱਕ ਪਹੁੰਚਣ ਦੇ ਲਈ ਬਹੁਤ ਸਾਰੇ ਪੜਾਅ ਪਾਰ ਕਰਨੇ ਪੈਣਗੇ, ਇੱਕ ਕਰਕੇ ਪੌੜੇ। ਜਿੱਦਾਂ ਆਪਾਂ ਕੋਠੇ 'ਤੇ ਚੜ੍ਹਨਾ ਹੋਵੇ ਤਾਂ ਪੌੜੀ ਚੜ੍ਹਦੇ ਨਾ, ਇੱਕ ਕਰਕੇ ਸਟੈਪ ਲੈਂਦੇ ਆ ਨਾ, ਇਹਦਾ ਬਹੁਤ ਸਾਰੇ ਪੜਾਅ ਆ। ਉਹਨਾਂ ਪੜਾਵਾਂ ਨੂੰ ਪਾਰ ਕਰਨ ਦੇ ਲਈ ਮਿਹਨਤ ਦੀ ਬਹੁਤ ਜ਼ਰੂਰਤ ਹੁੰਦੀ ਹੈ। ਜਿੱਦਾਂ ਤੁਸੀਂ ਕਿਹਾ ਮੈਟ ਉਪਲਬਧ ਕਰਵਾਇਆ ਗਿਆ, ਕੋਚ ਉਪਲਬਧ ਕਰਵਾਏ ਆ, ਅਤੇ ਜੇ ਓਲੰਪਿਕਸ 'ਚ ਜਾਣਾ ਤਾਂ ਇਹ ਮੈਟ ਹੀ ਤੁਹਾਡੇ ਕੰਮ ਆਉਣਾ, ਉਹਦੀ ਪ੍ਰੈਕਟਿਸ ਤੁਹਾਡੇ ਕੰਮ ਆਉਣੀ ਆ। ਇਹ ਫੋਕਸ ਕਰਦੇ ਪਏ ਹੋ ਕਿ ਉੱਥੇ ਵੱਧ ਜ਼ੋਰ ਲਾਇਆ ਜਾਵੇ? ਨਹੀਂ, ਮੈਟ ਦੀ ਪ੍ਰੈਕਟਿਸ ਦੇ, ਕਿਉਂਕਿ ਉੱਥੇ ਓਲੰਪਿਕ 'ਤੇ ਸਾਰਾ ਮੈਟ 'ਤੇ ਹੀ ਹੋਣਾ, ਇੱਥੇ ਮਿੱਟੀ 'ਤੇ ਆ। ਬਿਲਕੁਲ, ਮੈਟ ਦੀ ਪ੍ਰੈਕਟਿਸ ਜ਼ਿਆਦਾ ਜ਼ਰੂਰੀ ਆ, ਪਰ ਆਉਣ ਜਾਣ ਦਾ ਬਹੁਤ ਔਖਾ, ਦੂਰ ਜਾਣਾ ਪੈਂਦਾ। 1.5 ਘੰਟੇ ਦਾ ਸਫ਼ਰ, 1.5 ਘੰਟਾ ਆਉਣਾ, 1.5 ਘੰਟੇ ਜਾਣਾ, ਫਿਰ ਉੱਧਰ ਟਾਈਮ ਬਹੁਤ ਲੱਗ ਜਾਂਦਾ। ਪਾਪਾ ਨੂੰ ਕਿਹਾ ਨਹੀਂ ਕਿ ਇੱਥੇ ਮੈਟ ਲਵਾ ਦਿਓ? ਪਾਪਾ ਨੂੰ ਕਿਹਾ, ਪਾਪਾ ਟਰਾਈ ਕਰਦੇ ਆ ਮੈਟ ਲਈ ਪੂਰਾ। ਇਹ ਮੈਂ ਪਰਦੇ ਨਾਲ ਹੌਲੀ ਦੇਣੀ ਤਾਂ ਗੱਲ ਪੁੱਛੀ ਕਿਉਂਕਿ ਪਾਪਾ ਤੁਹਾਡੇ ਨੇੜੇ ਹੀ ਆ। ਜੇ ਨਹੀਂ ਮੰਨਦੇ ਤਾਂ ਵੀ ਦੱਸ ਦਿਓ, ਕੋਈ ਗੱਲ ਨਹੀਂ, ਪਾਪਾ ਤਾਂ ਐਗਰੀ ਆ, ਪਾਪਾ ਹਰੇਕ ਗੱਲ 'ਚ ਸਪੋਰਟ ਕਰਦੇ। ਪਾਪਾ ਸਪੋਰਟ ਕਰਦੇ ਆ। ਅੱਛਾ, ਮੈਨੂੰ ਪਤਾ ਲੱਗਾ ਕਿ ਤੁਹਾਡੀ ਛੋਟੀ ਭੈਣ ਨੂੰ ਵੀ ਹੁਣ ਦੰਗਲ ਖਿਡਾਉਣਾ ਸ਼ੁਰੂ ਕਰ ਦਿੱਤਾ ਤੁਹਾਡੇ ਪਿਤਾ ਸ਼੍ਰੀ ਨੇ। ਹਾਂਜੀ, ਉਹ ਮੇਰੇ ਨਾਲੋਂ ਵੀ ਤੇਜ਼ ਆ। ਤੇਜ਼ ਆ ਤੁਹਾਡੇ ਨਾਲੋਂ? ਬਹੁਤ ਜ਼ਿਆਦਾ। ਅੱਛਾ, ਤੇ ਉਹ ਲੱਗਦਾ ਕਿ ਫਿਰ ਉਹ ਗੀਤਾ ਬਬੀਤਾ ਵਾਲੀ ਸਟੋਰੀ ਜਿਹੜੀ ਆ ਤੁਹਾਡੇ ਘਰ ਦੇ ਵਿੱਚ ਵੀ ਚੱਲਦੀ ਪਈ ਆ, ਦੰਗਲ ਵਾਲੀ? ਲੱਗਦਾ ਤਾਂ ਐਦੀ ਪੰਗੇ ਲੈਂਦੀ ਰਹਿੰਦੀ, ਉਹ ਵੀ ਆਉਂਦੇ ਜਾਂਦੇ, ਉਹ ਟਿਕਦੀ ਥੋੜ੍ਹੇ ਕਰੀ ਜਾਣਾ ਉਹਨੇ, ਦੀਦੀ ਆ ਇੱਦਾਂ ਕਰੀਏ। ਨਾਲ ਆ ਜਾਂਦੀ, ਸ਼ਾਮ ਨੂੰ ਪ੍ਰੈਕਟਿਸ ਕਰਨਾ ਹੁੰਦਾ, ਉਹਨੇ ਵੀ ਨਾਲ ਆ ਜਾਣਾ, ਕਰੀ ਜਾਣਾ, ਉਹਨੇ ਆਪਣਾ ਲੱਗੀ ਰਹਿਣਾ ਇਕੱਲੀ ਨੇ, ਮੈਂ ਆਪਣਾ ਕਰਨਾ। ਅੱਛਾ, ਪੜ੍ਹਾਈ ਬਹੁਤ ਜ਼ਰੂਰੀ ਆ ਬਹੁਤ ਸਾਰੀਆਂ ਚੀਜ਼ਾਂ ਦੇ ਨਾਲ। ਪਹਿਲਵਾਨੀ ਦੀ ਗੱਲ ਤਾਂ ਹੈ ਹੀ ਆ, ਤੁਹਾਡੇ ਅੰਦਰ ਹੁਨਰ ਹੈ, ਤੁਹਾਨੂੰ ਤਰਾਸ਼ਿਆ ਗਿਆ ਇਸ ਤਰੀਕੇ ਨਾਲ, ਕਿਉਂਕਿ ਹੀਰੇ ਨੂੰ ਜਿੰਨਾ ਖੂਬਸੂਰਤੀ ਨਾਲ ਤਰਾਸ਼ਿਆ ਜਾਂਦਾ, ਓਡੀ ਉਹਦੀ ਚਮਕ ਦੂਰ ਤੱਕ ਜਾਂਦੀ ਹੈ। ਤੁਹਾਨੂੰ ਤੁਹਾਡੇ ਪਿਤਾ ਸ਼੍ਰੀ ਨੇ ਬਹੁਤ ਚੰਗੇ ਤਰੀਕੇ ਨਾਲ ਤਰਾਸ਼ਿਆ ਆ, ਔਰ ਉਹ ਚਮਕ ਤੁਹਾਡੀ ਹੈ ਕਿ ਤੁਹਾਡੇ ਕੋਲ TV ਚੈਨਲਸ ਆਉਂਦੇ ਨੇ ਤੁਹਾਨੂੰ ਇੰਟਰਵਿਊ ਕਰਨ ਦੇ ਲਈ। ਪਛਾਣ ਬਣ ਗਈ ਆ ਅੱਜ ਰੋਜ਼ ਪੰਜਾਬ ਦੇ ਅਖਾੜਿਆਂ ਦੀ ਵੀ ਅਤੇ ਪੰਜਾਬ ਦੀ ਪਹਿਲਵਾਨੀ ਦੀ ਵੀ। ਅਤੇ ਜਦੋਂ ਅਸੀਂ ਗੱਲ ਕਰਦੇ ਹਾਂ ਪੜ੍ਹਾਈ ਦੀ ਹੈ, ਅਤੇ ਪੜ੍ਹਾਈ ਕਿਵੇਂ ਚੱਲਦੀ ਆ ਨਾਲ ਦੀ ਨਾਲ? ਪੜ੍ਹਾਈ ਵੀ ਨਾਲ ਕੰਟੀਨਿਊ ਕਰਨੀ ਪੈਂਦੀ। ਹੁਣ ਤਾਂ ਲੋਕਡਾਊਨ ਕਰਕੇ ਆਨਲਾਈਨ ਕਲਾਸਿਸ ਆ। ਸਕੂਲ ਜਾਣਾ 9th ਕਲਾਸ 'ਚ ICSE ਬੋਰਡ ਬਲਾਚੌਰ ਸਕੂਲ ਹੈ ਮੇਰਾ। ਪੜ੍ਹਾਈ ਵੀ ਨਾਲ ਹੀ ਕੰਟੀਨਿਊ ਕਰਨੀ ਪੈਂਦੀ, ਕਿਉਂਕਿ ਸਿਲੇਬਸ ਬਹੁਤ ਜ਼ਿਆਦਾ, ਸਕੂਲ ਵਾਲੇ ਕਹਿੰਦੇ ਨਾਲ ਕਵਰ ਕਰੋ, ਕਹਿੰਦੇ ਪੜ੍ਹਾਈ ਦੇ ਬਿਨਾਂ ਕੁਛ ਨਹੀਂ। ਕਲਾਸ 'ਚ ਫਿਰ ਦਾਬਾ ਚੱਲਦਾ ਪੂਰਾ, ਕਿਉਂਕਿ ਪਹਿਲਵਾਨੀ ਵੀ ਹੈਗੀ ਆ ਨਾ ਖੂਨ ਦੇ ਵਿੱਚ? ਕਲਾਸ 'ਚ ਤਾਂ ਹਾਂਜੀ ਹੈਗਾ, ਸਾਰੇ ਸਕੂਲ ਵਾਲੇ ਰੈਸਲਿੰਗ ਕਰਕੇ ਹੀ ਜਾਣਦੇ ਆ। ਰੈਸਲਿੰਗ ਕਰਕੇ? ਹਾਂਜੀ। ਟੀਚਰ ਵੀ ਮਾੜਾ ਮੋਟਾ ਡਰ ਡੁਰ ਜਾਂਦੇ ਹੋਣੇ ਆ ਕਿ ਕੀ ਝਿੜਕਣਾ ਇਹਨੂੰ, ਰੈਸਲਿੰਗ ਕੀਤੀ ਆ ਕੁੜੀ ਨੇ, ਕਿਤੇ ਉਹੀ ਗੱਲ ਨਾ ਹੋਵੇ ਨਾ? ਟੀਚਰ ਤਾਂ ਜ਼ਿਆਦਾ ਛੋਟੀ ਹਾਈਟ ਦੇ ਹੀ ਗੱਲ ਕਰਦੇ ਹੁੰਦੇ, ਉੱਦਾਂ ਵੀ ਡਰਦੇ ਆ ਤੁਹਾਡੇ ਨਾਲ? ਹਾਂਜੀ, ਟੀਚਰ ਤੁਹਾਡੇ ਨਾਲ ਛੋਟੀ ਹਾਈਟ ਦੇ ਆ? ਹੈਗੇ ਵਿੱਚ ਹੈਗੇ ਆ, ਪਰ ਕੱਦ ਭਾਵੇਂ ਉਹਨਾਂ ਦਾ ਛੋਟਾ ਹੋਏਗਾ ਪਰ ਅਹੁਦਾ ਤੁਹਾਡੇ ਨਾਲੋਂ ਬਹੁਤ ਵੱਡਾ ਆ। ਔਰ ਗੁਰੂ ਜਿਹੜਾ ਆ ਉਹ ਤੁਹਾਨੂੰ ਬਹੁਤ ਕੁਝ ਸਿਖਾਉਂਦਾ, ਐਨਲਾਈਟ ਕਰਦਾ ਤੁਹਾਨੂੰ, ਹੈ ਨਾ। ਤੁਹਾਡੇ ਅੰਦਰ ਦੀ ਉਹ ਗਿਆਨ ਦੀ ਇੰਦਰੀ ਹੈ, ਉਹਨੂੰ ਛੂਹੰਦਾ ਆ, ਜਗਾਉਂਦਾ ਆ, ਤੁਹਾਨੂੰ ਸਹੀ ਸੇਧ ਦਿੰਦਾ ਆ। ਅਤੇ ਇਹ ਚੰਗੀ ਗੱਲ ਹੈ ਕਿ ਤੁਹਾਡੇ ਸਕੂਲ ਦੇ ਵਿੱਚ ਵੀ ਤੁਹਾਡੀ ਪਛਾਣ ਹੈ। ਸਕੂਲ ਵੀ ਕਿਸੇ ਕਿਸਮ ਦੀ ਮਦਦ ਕਰਦਾ, ਕਿਉਂਕਿ ਦੰਗਲ 'ਤੇ ਜਾਣਾ ਆ, ਕਿਸੇ ਮੁਕਾਬਲੇ 'ਚ ਜਾਣਾ ਆ, ਅਤੇ ਫਿਰ ਛੁੱਟੀਆਂ ਵੀ ਕਰਨੀਆਂ ਪੈਂਦੀਆਂ, ਪੜ੍ਹਾਈ ਵੀ ਸਫਰ ਕਰਦੀ ਹੈ। ਸਕੂਲ ਉਹਦੇ ਵਿੱਚ ਵਾਧੂ ਮਦਦ ਕਰਦਾ ਕਿ ਜੇ ਇਹ ਲੜਕੀ ਸਾਡੇ ਸਕੂਲ ਦਾ, ਆਪਣੇ ਇਲਾਕੇ ਦਾ ਨਾਮ ਰੌਸ਼ਨ ਕਰ ਰਹੀ ਹੈ, ਅਤੇ ਅਸੀਂ ਵੀ ਥੋੜ੍ਹਾ ਜਿਹਾ ਇਹਦੇ ਲਈ ਕਰ ਦਈਏ। ਸਕੂਲ ਵਾਲੇ ਤਾਂ ਨਹੀਂ, ਸਕੂਲੇ ਸਾਡੇ ਰੈਸਲਿੰਗ ਹੈ ਨਹੀਂ, ਉਹਨਾਂ ਨੇ ਲਾਸਟ ਟਾਈਮ ਫੰਡ ਨਹੀਂ ਭਰਿਆ ਸੀ, ਉਹਦੇ ਕਰਕੇ ਮੈਚ ਲਈ ਜਾ ਨਹੀਂ ਹੋਇਆ। ਤਾਂ ਸਕੂਲ ਵਾਲੇ ਹਾਫ ਡੇ ਦੇ ਦਿੰਦੇ ਆ ਕਿ ਮੈਚ ਲਈ ਜਾ ਸਕਦੇ ਤੁਸੀਂ, ਹੋਰ ਨਹੀਂ ਕਰਦੇ ਉਹ।
ਕੋਈ ਇਸ ਤੋਂ ਇਲਾਵਾ ਕੁਝ ਨਹੀਂ ਕਰਦੇ? ਜੇ ਤੁਸੀਂ ਕਿਸੇ ਦੰਗਲ 'ਚ ਜਾਣਾ ਆ ਬਾਹਰ ਵੀ, ਸਕੂਲ ਵੱਲੋਂ ਨਹੀਂ, ਬਾਹਰ ਵੈਸੇ ਜਾਣਾ ਆ ਜਾਂ ਕੋਈ ਹੋਰ ਮੁਕਾਬਲਾ ਹੁੰਦਾ ਉੱਥੇ ਜਾਣਾ, ਤੇ ਮਦਦ ਕੋਈ ਨਹੀਂ ਅੱਧੀ ਛੁੱਟੀ ਦੇਣ ਤੋਂ ਇਲਾਵਾ? ਹਾਂਜੀ, ਉਹ ਨਹੀਂ ਮਦਦ ਕਰਦੇ। ਮਤਲਬ ਅੱਧੀ ਕੁ ਮਦਦ ਕਰਦੇ ਨਾ? ਅੱਧੀ ਛੁੱਟੀ ਦੇ ਦਿੰਦੇ, ਉਹੀ ਬਹੁਤ ਆ। ਹਾਫ ਡੇ ਅਲਾਉ ਨਹੀਂ ਕਰਦੇ, ਕ੍ਰਿਸਚਨਾਂ ਦਾ ਸਕੂਲ ਆ ਨਾ, ਉਹ ਫਿਰ ਉੱਥੇ ਉਹਨਾਂ ਨੂੰ ਪੜ੍ਹਾਈ ਚਾਹੀਦੀ ਹੈ। ਸਕੂਲ ਦਾ ਉਹਨਾਂ ਦਾ ਸਟੈਂਡਰਡ ਬਣਿਆ ਹੁਣ। ਇਹ ਫਿਰ ਕਨਵੈਂਟ ਸਕੂਲ 'ਚ ਪੜ੍ਹਦੇ ਆ ਤੇ ਉੱਥੇ ਦੀ ਪੜ੍ਹਾਈ ਵੀ ਔਖੀ ਹੁੰਦੀ ਆ ਤੇ ਇਹ ਵੀ ਔਖਾ ਕੰਮ ਆ, ਤੇ ਲੱਗਦਾ ਨਹੀਂ ਕਿ ਪਿਤਾ ਸ਼੍ਰੀ ਨੇ ਤੇ ਇਹ ਮੁਸ਼ਕਲ 'ਚ ਪਾਤਾ, ਜਾਂ ਫਿਰ ਸਕੂਲ ਕਿਸੇ ਸੌਖੇ 'ਚ ਪਾ ਦਿੰਦੀ ਜਿੱਥੇ ਥੋੜ੍ਹਾ ਬਹੁਤਾ ਪੜ੍ਹ ਕੇ ਸਰ ਜਾਂਦਾ, ਤੇ ਜਾਂ ਫਿਰ ਇੱਧਰੋਂ ਥੋੜ੍ਹਾ ਜਿਹਾ ਛੁੱਟੀ ਮਿਲ ਜਾਂਦੀ? ਨਹੀਂ, ਦੋਨੋਂ ਹੀ ਨਾਲ ਹੀ ਰੱਖਣੇ ਆ, ਪੜ੍ਹਾਈ ਵੀ ਜ਼ਰੂਰੀ ਆ। ਹੁਣ ਜਿੱਦਾਂ ਆਨਲਾਈਨ ਕਰਕੇ ਟਾਈਮ ਜ਼ਿਆਦਾ ਮਿਲ ਜਾਂਦਾ ਪ੍ਰੈਕਟਿਸ ਲਈ। ਕਲਾਸਿਸ 12 ਵਜੇ ਤੱਕ ਹੀ ਹੁੰਦੀਆਂ, 8 ਤੋਂ 12। ਆਖਰੀ ਮੁਕਾਬਲਾ ਕਿੱਥੇ ਲੜ ਕੇ ਆਇਆ ਇਸ ਇੰਟਰਵਿਊ ਤੋਂ ਪਹਿਲਾਂ? ਆਖਰੀ ਚੇਤੇ 'ਚ ਹੈ ਕੁਝ? ਮੇਰੇ ਯਾਦ ਨਹੀਂ ਮੈਨੂੰ। ਉਧਰ ਮਨੈਲੇ ਵਾਲੀ ਸਾਈਡ ਸੀਗਾ, ਰੋਪੜ ਵਾਲੀ ਸਾਈਡ। ਰੋਪੜ ਤੋਂ ਦੂਰ ਪੈਂਦਾ ਥੋੜਾ। ਲੜਕੀ ਨਾਲ ਹੀ ਕੁਸ਼ਤੀ ਲੜੀ ਸੀ, ਲੜਕਾ ਸੀਗਾ ਮੁਕਾਬਲੇ 'ਚ? ਨਹੀਂ, ਲੜਕੀ ਸੀ, ਹਰਿਆਣੇ ਦੀ ਲੜਕੀ ਸੀ ਉਧਰ। ਫਿਰ ਕੀ ਬਣਿਆ ਉਸ ਮੁਕਾਬਲੇ ਦਾ? ਫਿਰ ਹਾਂਜੀ, ਜਿੱਤ ਪ੍ਰਾਪਤ ਹੋਈ। ਜਿੱਤ ਲਿਆ? ਹਾਂਜੀ। ਕਿਆ ਬਾਤ ਹੈ, ਸ਼ਾਬਾਸ਼। ਇਹ ਮੈਂ ਇਸ ਕਰਕੇ ਇੰਟਰਵਿਊ ਕਰ ਰਿਹਾ ਕਿ ਬਹੁਤ ਸਾਰੀਆਂ ਭ੍ਰਾਂਤੀਆਂ ਇਸ ਸਮੇਂ ਟੁੱਟਦੀਆਂ ਵੀ ਨਜ਼ਰ ਆ ਰਹੀਆਂ ਨੇ ਤੇ ਬਹੁਤ ਸਾਰੀਆਂ ਬਣਦੀਆਂ ਵੀ ਨਜ਼ਰ ਆ ਰਹੀਆਂ ਨੇ ਕਿ ਲੜਕੀਆਂ ਨੂੰ ਕਿਤੇ ਨਾ ਕਿਤੇ ਜਿਹੜਾ ਆ ਉਹ ਬਹੁਤ ਸਾਰੇ ਲੋਕ ਅਜੇ ਵੀ, ਹਾਲਾਂਕਿ ਤਬਦੀਲੀਆਂ ਆਉਣੀਆਂ ਸ਼ੁਰੂ ਹੋਈਆਂ, ਬਹੁਤ ਸਾਰੇ ਲੋਕ ਅਜੇ ਵੀ ਉਸ ਨਜ਼ਰ ਨਾਲ ਦੇਖਦੇ ਕਿ ਲੜਕਿਆਂ ਤੋਂ ਜੇ 2 ਕਦਮ ਪਿੱਛੇ ਰਹਿਣਗੀਆਂ ਤੇ ਜ਼ਿਆਦਾ ਬਿਹਤਰ ਹੋਏਗਾ। ਪਰ ਮੈਂ ਸਲੂਟ ਕਰਦਾ ਇਹਨਾਂ ਦੇ ਪਿਤਾ ਸ਼੍ਰੀ ਨੂੰ ਵੀ, ਜਿਨ੍ਹਾਂ ਨੇ ਇਹ ਸਾਰੀਆਂ ਮਿੱਥਾਂ ਤੋੜੀਆਂ ਤੇ ਇੱਕ ਨਵੀਂ ਗੀਤਾ ਤੇ ਬਬੀਤਾ ਸਾਨੂੰ ਦੇ ਰਿਹਾ, ਕਿਉਂਕਿ ਇਹਨਾਂ ਦੀ ਛੋਟੀ ਭੈਣ ਹੈ, ਉਹਨਾਂ ਨੂੰ ਵੀ ਕੁਸ਼ਤੀ ਦੀ ਤਿਆਰੀ ਜਿਹੜੀ ਆ ਉਹ ਲਗਾਤਾਰ ਕਰਵਾਈ ਜਾ ਰਹੀ ਹੈ। ਆਪਾਂ ਉਹਨਾਂ ਦੇ ਨਾਲ ਵੀ ਗੱਲ ਕਰਨੀ ਹੈ ਤੇ ਮੈਂ ਚਾਹੁੰਦਾ ਕਿ ਇਹਨਾਂ ਦੇ ਪਿਤਾ ਸ਼੍ਰੀ ਨਾਲ ਵੀ ਨਾਲ ਦੀ ਨਾਲ ਗੱਲ ਕਰ ਲਈਏ। ਨਾਮ ਦੱਸ ਦਿਓ ਆਪਣਾ। ਤੇ ਤੁਹਾਡੀ ਸਿਹਤ ਦੇਖ ਕੇ ਮੈਨੂੰ ਇੱਦਾਂ ਦਾ ਅੰਦਾਜ਼ਾ ਨਹੀਂ ਹੁੰਦਾ ਕਿ ਤੁਸੀਂ ਪਹਿਲਵਾਨ ਹੋਵੋਗੇ, ਤੁਸੀਂ ਕੁਸ਼ਤੀ ਲੜਦੇ ਹੋਵੋਗੇ, ਬਾਵਜੂਦ ਇਸ ਦੇ ਤੁਸੀਂ ਇਸ ਬਿਹਤਰ ਤਰੀਕੇ ਨਾਲ ਆਪਣੀ ਬੱਚੀ ਨੂੰ ਤਿਆਰ ਕੀਤਾ ਕਿ ਅੱਜ ਉਹ ਕਹਿੰਦੇ ਕਹਾਉਂਦੇ ਪਹਿਲਵਾਨਾਂ ਨੂੰ ਆਪਣੀ ਉਮਰ ਦੇ, ਆਪਣੀ ਭਾਰਦਿਆਂ ਨੂੰ ਜਿਹੜਾ ਉਹ ਚਿੱਤ ਕਰਦੀ ਨਜ਼ਰ ਆ ਰਹੀ ਹੈ। ਨਾਮ ਕੁਲਦੀਪ ਕੁਮਾਰ ਹੈ ਜੀ। ਜੀ। ਤੇ ਸਿਹਤ ਦਾ ਤਾਂ ਇੱਦਾਂ, ਫਿਰ ਅੱਜ ਤੋਂ 2 ਸਾਲ ਪਹਿਲਾਂ 2018 'ਚ ਮੇਰਾ ਬੇਟਾ ਜਿਹੜਾ ਭਲਵਾਨੀ ਕਰਦਾ ਸੀ ਜੀ, ਉਹਦੀ ਡੈਥ ਹੋ ਗਈ ਸੀ। ਉਸ ਤੋਂ ਬਾਅਦ ਮੈਨੂੰ ਹਾਰਟ ਅਟੈਕ ਹੋ ਗਿਆ ਸੀ ਤੇ ਮੈਂ ਸਾਰੀਆਂ ਆਸਾਂ ਉਮੀਦਾਂ ਛੱਡਤੀਆਂ ਸੀ। ਮੈਂ ਬੇਟੇ ਦੇ ਨਾਲ ਬਹੁਤ ਸੁਪਨੇ ਲਏ ਸੀਗੇ, ਜੀ, ਉਹ ਹਿੰਦੁਸਤਾਨ ਲਈ, ਇੰਡੀਆ ਲਈ ਮੈਡਲ ਜਿੱਤੂਗਾ, ਪਰ ਉਹ ਸਾਰੀਆਂ ਉਮੀਦਾਂ ਟੁੱਟ ਗਈਆਂ। ਮੈਂ ਬਹੁਤ ਬਿਮਾਰ ਸੀਗਾ। ਉਹਨਾਂ ਦਿਨਾਂ 'ਚ ਰੋਜ਼ ਨੇ ਮੈਨੂੰ ਬਹੁਤ ਕਿਹਾ, ਪਾਪਾ ਤੁਸੀਂ ਇੰਨੀ ਟੈਨਸ਼ਨ ਕਿਉਂ ਲੈਂਦੇ ਆ? ਮੈਂ ਕਿਹਾ ਮੈਂ ਤੇਰਾ ਭਰਾ ਤੋਂ ਬਹੁਤ ਉਮੀਦਾਂ ਲਾਈਆਂ ਸੀਆਂ ਵੀ ਹੁਣ ਉਹ ਇਸ ਦੁਨੀਆ 'ਚ ਰਿਹਾ ਨਹੀਂ, ਮੇਰਾ ਇੱਛਾ ਮੇਰੀ ਜੀਣ ਦੀ ਹੈ ਨਹੀਂ ਗੀ। ਫਿਰ ਉਸ ਦੂਏ ਦਿਨੇ ਰੋਜ਼ ਨੇ ਮੈਨੂੰ ਫੋਰਸ ਕਰਨਾ ਸ਼ੁਰੂ ਕਰਤਾ ਵੀ ਪਾਪਾ ਮੈਂ ਭਲਵਾਨੀ ਕਰੂੰਗੀ, ਤੁਸੀਂ ਮੈਨੂੰ ਸਿਖਾਓ। ਮੈਂ ਕਿਹਾ ਨਹੀਂ ਰੋਜ਼ ਵੀ ਬਹੁਤ ਔਖਾ ਹੋ ਜਾਣਾ, ਤੂੰ ਕੁੜੀ ਹੈ, ਲੋਕ ਇਸ ਚੀਜ਼ ਨੂੰ ਮੰਨਣਗੇ ਨਹੀਂ। ਕਹਿੰਦੀ ਨਹੀਂ ਪਾਪਾ ਮੈਂ ਕਰੂੰਗੀ। ਫਿਰ ਨੈਕਸਟ ਡੇ ਉਹਨੇ ਸਵੇਰੇ 4 ਵਜੇ ਮੈਨੂੰ ਉਠਾ ਲਿਆ ਰੋਜ਼ ਨੇ, ਕਹਿੰਦੀ ਪਾਪਾ ਮੇਰੀ ਪ੍ਰੈਕਟਿਸ ਕਰਾਓ। ਮੈਂ ਕਿਹਾ ਸੋ ਜਾ ਬੇਟਾ, ਨਹੀਂ ਤੇਰੇ ਵੱਸ ਦੀ ਗੱਲ ਨਹੀਂ। ਕਹਿੰਦੀ ਨਹੀਂ ਮੈਂ ਪਾਪਾ ਕਰੂੰਗੀ। ਬਸ ਉਸ ਤੋਂ ਪ੍ਰੈਕਟਿਸ ਕਰਾਉਣੀ ਸ਼ੁਰੂ ਹੋ ਗਈ। ਕੁਝ ਦਿਨਾਂ ਬਾਅਦ 15-20 ਦਿਨਾਂ ਬਾਅਦ ਸਾਡੇ ਖੁਦ ਪਿੰਡ ਦਾ ਦੰਗਲ ਸੀਗਾ ਕਾਠਗੜ੍ਹ ਦਾ ਹੀ, ਤੇ ਉੱਥੇ ਕੁੜੀ ਤਾਂ ਕੋਈ ਆਈ ਨਹੀਂ ਘੁਲਣ ਲਈ। ਬੇਟੀ ਮੇਰੀ ਤਿਆਰ ਸੀ, ਪਾਪਾ ਮੈਨੂੰ ਘੁਲਾਓ। ਤੇ ਮੈਂ ਸਾਰੇ ਕਿਤੇ ਪਤਾ ਕੀਤਾ, ਉਹ ਕਹਿੰਦੇ ਕੁੜੀਆਂ ਆਉਂਦੀਆਂ ਨਹੀਂ ਛਿੰਝ 'ਚ ਘੁਲਣ ਲਈ। ਫਿਰ ਮੈਂ ਪਿੰਡ ਦੀ ਪੰਚਾਇਤ ਨਾਲ ਰਿਕੁਐਸਟ ਕੀਤੀ, ਮੈਂ ਕਿਹਾ ਜੀ ਮੇਰੀ ਬੇਟੀ ਨੂੰ ਘੁਲਾਓ। ਉਹ ਕਹਿੰਦੇ ਵੀ ਬੇਟੀ ਤਾਂ ਕੋਈ ਆਈ ਨਹੀਂ। ਵੀ ਮੈਂ ਕਿਹਾ ਕੋਈ ਮੁੰਡਾ ਠਾਲ ਲਓ। ਕਹਿੰਦੇ ਨਹੀਂ ਮੁੰਡਾ ਨਹੀਂ ਘਲਾਉਣਾ, ਵੀ ਕਲਚਰ ਠੀਕ ਨਹੀਂ ਆਇਆ, ਵੀ ਨਹੀਂ ਘਲਾ ਸਕਦੇ ਆਪਾਂ। ਮੈਂ ਕਿਹਾ ਨਹੀਂ ਵੀ ਘਲਾਓ, ਮੈਨੂੰ ਪੁੱਗਦਾ ਆ। ਚਲੋ ਉਹਨਾਂ ਨਾਲ ਥੋੜ੍ਹੀ ਜਿੱਦ ਜਿਹੀ ਕੀਤੀ, ਉਹਨਾਂ ਨੇ ਘਲਾ ਦਿੱਤਾ। 20 ਸਾਲ ਦਾ ਮੁੰਡਾ ਸੀਗਾ ਉਹ। ਫਿਰ ਘੁਲਿਆ ਰੋਜ਼ ਨਾਲ 22 ਮਿੰਟ ਉਹਦੀ ਕੁਸ਼ਤੀ ਹੋਈ। 22 ਮਿੰਟ ਬਾਅਦ ਰੋਜ਼ ਨੇ ਉਹਨੂੰ ਢਾਇਆ। ਸਾਰੇ ਪਿੰਡ ਨੇ ਬਹੁਤ ਸ਼ਾਬਾਸ਼ ਦਿੱਤੀ ਔਰ ਪਿੰਡ ਬਹੁਤ ਖੁਸ਼ ਹੋਇਆ। ਤੇ ਬਸ ਉਸ ਤੋਂ ਬਾਅਦ ਫਿਰ ਪਿੱਛੇ ਮੁੜ ਕੇ ਨਹੀਂ ਦੇਖਿਆ। ਰਾਤ ਨੂੰ ਹੀ ਨਾਲ ਦੇ ਪਿੰਡਾਂ ਦੇ ਜਿਹੜੇ ਵਧੀਆ ਬੰਦੇ ਸੀਗੇ, ਛਿੰਝਾਂ ਕਰਾਉਣ ਵਾਲੇ, ਕੋਚ ਸਾਹਿਬਾਨ, ਖਾੜਿਆਂ ਦੇ, ਉਹਨਾਂ ਦੇ ਫੋਨ ਆਉਣੇ ਸ਼ੁਰੂ ਹੋ ਗਏ ਵੀ ਬਾਬਾ ਜੀ ਤੁਹਾਡੀ ਬੇਟੀ ਨੂੰ ਘਲਾਉਣਾ ਆ, ਤੁਸੀਂ ਬੇਟੀ ਨੂੰ ਲੈ ਕੇ ਆਓ। ਤੇ ਮੈਂ ਕਿਹਾ ਨਹੀਂ ਮੈਂ ਛਿੰਝਾਂ ਵਾਸਤੇ ਨਹੀਂ, ਵੀ ਮੈਂ ਕੁਝ ਹੋਰ ਸੋਚਿਆ। ਕਹਿੰਦੇ ਨਹੀਂ ਬਾਬਾ ਜੀ ਵੀ ਤੁਸੀਂ ਘਲਾਓ। ਫਿਰ ਉਹ ਬੇਟੀ ਨੂੰ ਘਲਾਉਣਾ ਸ਼ੁਰੂ ਕਰਤਾ ਜੀ। ਫਿਰ ਕਈ ਜਗ੍ਹਾ 'ਤੇ ਐਂ ਵੀ ਹੁੰਦਾ ਸੀ, ਪੇਂਡੂ ਏਰੀਆ ਆ, ਫਿਰ ਉਹ ਇਤਰਾਜ਼ ਕਰਦੇ ਸੀ ਨਹੀਂ ਕੁੜੀ ਨੂੰ ਨਹੀਂ ਘਲਾਉਣਾ ਮੁੰਡੇ ਨਾਲ ਜੀ। ਫਿਰ ਕਈਆਂ ਨਾਲ ਤਾਂ ਬਹੁਤ ਬਹਿਸਬਾਜ਼ੀ ਹੋ ਜਾਂਦੀ ਸੀਗੀ। ਫਿਰ ਉੱਥੇ ਮੈਂ ਘੁਲਦਾ ਨਹੀਂ ਸੀਗਾ। ਉਹ ਇੱਦਾਂ ਕਹਿੰਦੇ ਸੀ ਇੱਦਾਂ ਇੱਜ਼ਤ ਮਾਣ ਕਰਦੇ। ਮੈਂ ਕਿਹਾ ਨਹੀਂ ਇੱਦਾਂ ਨਹੀਂ ਚਾਹੀਦਾ। ਬਸ ਫਿਰ ਆ ਜਾਂਦਾ ਸੀ। ਫਿਰ ਕਈਆਂ ਦੇ ਸਪੈਸ਼ਲ ਜੇ ਮੰਨ ਲਾ ਜੇ ਚੱਲਦੀ ਸੀ ਘਲਾਉਣ ਦੀ, ਫਿਰ ਉਹ ਕੁੜੀ ਹਰਿਆਣੇ ਤੋਂ ਬੁਲਾ ਲੈਂਦੇ ਸੀ ਰੋਜ਼ ਨੂੰ ਘਲਾਉਣ ਲਈ। ਫਿਰ ਉਹ ਹਰਿਆਣੇ ਦੀਆਂ ਕੁੜੀਆਂ ਨਾਲ ਵੀ ਬਹੁਤ ਕੁਸ਼ਤੀਆਂ ਹੋਈਆਂ, 2-3 ਬਰਾਬਰ ਰਹੀਆਂ, 2-3 ਕੁਸ਼ਤੀਆਂ ਜਿੱਤੀ ਆ। ਜ਼ਿਆਦਾਤਰ ਮੁੰਡਿਆਂ ਨਾਲ ਹੀ ਘਲਾਈ ਆ। ਮੁੰਡਿਆਂ ਨਾਲ ਜ਼ਿਆਦਾ ਕੋਈ ਇੱਕ ਚੀਜ਼ ਹੋ ਰਿਹਾ
ਜਦੋਂ ਅਸੀਂ ਕੁਸ਼ਤੀ ਦੇ ਭਵਿੱਖ ਦੀ ਗੱਲ ਕਰਦੇ ਆ ਨਾ, ਜਦੋਂ ਤੁਸੀਂ ਆਪਣੇ ਸੁਪਨਿਆਂ ਦੀ ਗੱਲ ਕਰਦੇ ਹੋ ਕਿ ਅੰਤਰਰਾਸ਼ਟਰੀ ਪੱਧਰ ਤੇ ਜਿਹੜਾ ਉਹ ਕੁਸ਼ਤੀ ਦੇ ਮਾਮਲੇ ਦੇ ਵਿੱਚ ਜਿਹੜਾ ਉਹ ਨਾਮ ਹੋਣਾ ਚਾਹੀਦਾ, ਤੁਹਾਡੀ ਔਲਾਦ ਦੇ ਵੱਲੋਂ ਨਾਮ ਕੀਤਾ ਜਾਣਾ ਚਾਹੀਦਾ, ਕਿਉਂਕਿ ਉਦੋਂ ਜਦੋਂ ਉੱਥੇ ਖੇਡੇਗੀ ਤੁਹਾਡੀ ਬੱਚੀ ਤੇ ਕੱਲਾ ਤੁਹਾਡਾ ਨਾਮ ਨਹੀਂ ਹੋਣਾ, ਇਹ ਪੰਜਾਬ ਦਾ ਵੀ ਨਾਮ ਹੋਣਾ ਆ, ਇਹ ਸਾਡੇ ਮੁਲਕ ਦਾ ਵੀ ਨਾਮ ਹੋਣਾ ਆ। ਜਦੋਂ ਇਸ ਤਰੀਕੇ ਨਾਲ ਅਸੀਂ ਸੋਚਦੇ ਹਾਂ ਤੇ ਫਿਰ ਬਹੁਤ ਸਾਰੀਆਂ ਚੀਜ਼ਾਂ ਇਹੋ ਹੁੰਦੀਆਂ ਜਿਹੜੀਆਂ ਮਿੱਟੀ ਦੇ ਅਖਾੜੇ ਤੋਂ ਨਿਕਲ ਕੇ ਸਾਨੂੰ ਜਿਹੜਾ ਉਹ ਮੈਟ ਤੇ ਜਾਣਾ ਪੈਂਦਾ। ਗੱਲ ਰੋਜ਼ ਕਈ ਨਾਲ ਵੀ ਹੋਈ ਆ, ਉਹਨਾਂ ਨੇ ਵੀ ਕਿਹਾ ਕਿ ਮੈਟ ਤੇ ਕੁਸ਼ਤੀ ਜਿਹੜੀ ਆ ਉਹ ਕਰਨੀ ਪੈਣੀ ਆ ਤੇ ਇੱਥੋਂ ਵਕਫਾ ਬਹੁਤ ਜ਼ਿਆਦਾ 1.5 ਘੰਟਾ ਲੱਗਦਾ ਆ ਉਧਰ ਨੂੰ ਜਾਣ ਦੇ ਲਈ ਜਿੱਥੇ ਸਾਨੂੰ ਮੈਟ ਦੀ ਕੁਸ਼ਤੀ ਜਿਹੜੀ ਉਪਲਬਧ ਕਰਵਾਈ ਗਈ ਆ। ਉਹ ਸੁਵਿਧਾ ਜਿਹੜੀ ਹੈ ਇਹਦੇ ਲਈ ਜੇ ਇੱਥੇ ਹੋ ਜਾਵੇ ਜਿਹੜਾ 1.5 ਘੰਟਾ ਜਾਣੀ ਕਿ 3 ਘੰਟੇ ਆਉਣ ਜਾਣ ਦੇ ਵਿੱਚ ਲੱਗਣੇ, ਉਹੀ 3 ਘੰਟੇ ਜਿਹੜੇ ਆ ਉਹ ਪ੍ਰੈਕਟਿਸ ਦੇ ਵਿੱਚ ਵੀ ਲੱਗ ਸਕਦੇ ਆ। ਹਾਂਜੀ, ਰੋਜ਼ ਨੇ ਸਹੀ ਕਿਹਾ ਜੀ, ਕਿਉਂਕਿ ਮੇਰੇ ਕੋਲ ਤਾਂ ਇਸ ਟਾਈਮ ਮੌਜੂਦ ਅਖਾੜਾ ਹੀ ਆ ਜੋ ਕਿ ਮੇਰੇ ਤੋਂ ਪਹਿਲਾਂ ਮੇਰੇ ਫਾਦਰ ਸਾਹਿਬ ਚਲਾਉਂਦੇ ਸੀਗੇ ਜੀ। ਡੇਰਾ ਬਾਬਾ ਟਿੱਬੀ ਸਾਹਿਬ, ਕਾਠਗੜ੍ਹ ਬਾਬਾ ਗੱਦੀ ਸਖੀ ਰਾਮ ਜੀ, ਉਹਨਾਂ ਦੇ ਨਾਮ ਤੋਂ ਅਖਾੜਾ ਚੱਲਦਾ ਜੀ। ਉਸੇ ਅਖਾੜੇ 'ਚ ਅਸੀਂ ਪ੍ਰੈਕਟਿਸ ਕਰਦੇ ਰਹੇ ਸੀ। ਫਿਰ ਮੇਰੇ ਕੋਲ ਤਾਂ ਇਹੀ ਸੀਗਾ, ਮੈਂ ਇੱਥੇ ਹੀ ਫਿਰ ਇਹਨੂੰ ਪ੍ਰੈਕਟਿਸ ਕਰਾਈ ਆ। ਫਿਰ ਜਦੋਂ ਇਹਨੂੰ ਮੈਂ ਫਸਟ ਟਾਈਮ ਲਈ ਲੜਾਉਣਾ ਸੀ ਮੈਟਾਂ 'ਤੇ, ਫਿਰ ਮੈਂ ਪਤਾ ਕੀਤਾ ਜ਼ਿਲ੍ਹੇ 'ਚ ਸਾਰੇ ਕਿਤੇ, ਉਹ ਕਹਿੰਦੇ ਵੀ ਅਖਾੜਾ ਬਾੜੋ ਵਾਲਾ ਵੀ ਜੋ ਕਿ ਇੱਥੇ ਮੈਟ ਵੀ ਹੈਗੇ ਆ ਅਤੇ ਉਹ ਤਿਆਰ ਕਰਦੇ ਆ। ਫਿਰ ਮੈਂ ਉੱਥੇ ਜਾਣਾ ਸ਼ੁਰੂ ਕੀਤਾ। ਲੰਮਾ ਸਫ਼ਰ ਸੀਗਾ, ਤੁਹਾਡੀ ਗੱਲ ਨਾਲ ਮੈਂ ਸਹਿਮਤ ਹਾਂ, ਪਰ ਔਖਾ ਤਾਂ ਹੁੰਦਾ, ਫਿਰ ਜਾਣਾ ਪੈਂਦਾ ਜੀ, ਕਿਉਂਕਿ ਮੈਟ ਲਈ ਹੀ ਇਹਨੂੰ ਬੈਸਟ ਆ। ਮੈਟ 'ਤੇ ਲੜਨਾ ਹੀ ਅੱਗੇ ਵਾਸਤੇ ਆਉਣ ਲਈ ਉਹੀ ਜ਼ਰੀਆ ਸੀਗਾ। ਉਹ ਤੋਂ ਥੋੜ੍ਹੇ ਦਿਨਾਂ ਬਾਅਦ ਇਹ ਫਿਰ ਜ਼ਿਲ੍ਹੇ ਦਾ ਕੰਪੀਟੀਸ਼ਨ ਸੀਗਾ। ਉਹ ਤਾਂ ਕੁੜੀ ਦੇ ਨਾਲ ਸਿਰਫ 9 ਸੈਕਿੰਡ ਵੀ ਨਹੀਂ ਖੜ੍ਹ ਸਕੀ। ਕੁਸ਼ਤੀ ਲੜਨੀ ਤਾਂ ਬਹੁਤ ਔਖੀ ਸੀ, ਉਹ 9 ਸੈਕਿੰਡ 'ਚ ਇਹਨੇ ਫਸਟ ਦੇ ਉਹਨੂੰ ਚਿੱਤ ਕਰਤਾ ਸੀਗਾ। ਇਹ ਸਰਕਾਰੀ ਦਰਬਾਰੇ ਕਿਤੇ ਥੋੜ੍ਹੀ ਬਹੁਤੀ ਪਹੁੰਚ ਬਣਾਈ, ਸਪੋਰਟਸ ਡਿਪਾਰਟਮੈਂਟ ਨਾਲ ਪਹੁੰਚ ਬਣਾਈ ਕਿ ਜੇ ਇਹ ਸੁਵਿਧਾ ਇੱਥੇ ਨੇੜੇ ਤੇੜੇ ਉਪਲਬਧ ਕਰਵਾ ਦਿੱਤੀ ਜਾਵੇ ਜਾਂ ਕੁਝ ਇਸ ਤਰੀਕੇ ਦਾ ਵਿਵਸਥਾ ਕਰ ਦਿੱਤੀ ਜਾਵੇ ਕਿ ਇਹਦੀ ਰੋਜ਼ ਦੀ ਪੜ੍ਹਾਈ ਦਾ ਵੀ ਨੁਕਸਾਨ ਨਾ ਹੋਵੇ, ਖੇਡ ਵੀ ਹੋਰ ਜ਼ਿਆਦਾ ਨਿਖਰ ਜਾਵੇ ਤੇ ਉਹ ਜਿਹੜਾ ਵਕਫਾ ਪੈਂਦਾ, ਜਿਹੜੀ ਖੱਜਲ ਖੁਆਰੀ ਵਾਲਾ ਕੰਮ ਆ ਉਹ ਬੰਦ ਹੋ ਜਾਵੇ। ਕੋਈ ਪਹੁੰਚ ਬਣਾਈ ਤੇ ਕਿੱਦਾਂ ਦਾ ਰਿਸਪੌਂਸ ਮਿਲਿਆ? ਮੈਂ ਤੁਸੀਂ ਸ਼ਾਇਦ ਪਹਿਲੀਆਂ ਇੰਟਰਵਿਊਆਂ ਰੋਜ਼ ਦੀਆਂ ਦੇਖੀਆਂ ਹੋਣੀਆਂ, ਮੈਂ ਉਹਨਾਂ ਵਿੱਚ ਵੀ ਸਰਕਾਰ ਨੂੰ ਬੜੀ ਵਾਰੀ ਬੇਨਤੀ ਕਰ ਚੁੱਕਾ ਹਾਂ ਕਿ ਮੈਨੂੰ ਮਦਦ ਦਿੱਤੀ ਜਾਵੇ, ਕਿਉਂਕਿ ਜਗ੍ਹਾ ਤੇ ਇੱਥੇ ਹੈਗੀ ਆਪਣੇ ਕੋਲ ਦਰਬਾਰ ਦੇ ਨਾਲ, ਤੇ ਮੈਂ ਬੜੀ ਬੇਨਤੀ ਕੀਤੀ ਸੀ ਵੀ ਮੈਟ ਮੈਨੂੰ ਸਰਕਾਰ ਵੱਲੋਂ ਦਿੱਤੇ ਜਾਣ, ਛੱਡ ਵੀ ਪਾ ਲਾਂਗੇ ਜੀ। ਤੇ ਉਹ ਗੱਲ ਉਹਨਾਂ ਨੇ ਸੁਣੀ ਨਹੀਂ, ਕੋਈ ਮੈਨੂੰ ਰਿਸਪੌਂਸ ਵਧੀਆ ਨਹੀਂ ਆਇਆ, ਕਿਉਂਕਿ ਇਕੱਲੀ ਰੋਜ਼ ਦੀ ਗੱਲ ਨਹੀਂ ਆ। ਕਿਉਂਕਿ ਜਦੋਂ ਫਸਟ ਟਾਈਮ ਰੋਜ਼ ਨੇ ਪਹਿਲੀ ਵਾਰੀ ਖਾੜੇ 'ਚ ਉਤਰੀ ਆ, ਜਿੱਤੀ ਆ, ਇਲਾਕੇ ਦਾ ਨਾਂ ਰੋਸ਼ਨ ਕੀਤਾ, ਤੇ ਨਾਲ ਦੀਆਂ ਕਈ ਪਿੰਡਾਂ ਦੀਆਂ ਕੁੜੀਆਂ ਮੇਰੇ ਕੋਲ ਆਈਆਂ ਵੀ ਅੰਕਲ ਜੀ ਸਾਨੂੰ ਵੀ ਸਿਖਾਓ। ਉਹ ਫਿਰ ਮੈਂ ਉਹਨਾਂ ਨੂੰ ਕਿਵੇਂ ਸਿਖਾਉਂਦਾ, ਕਿਉਂਕਿ ਮੈਂ ਆਪਣੀ ਬੇਟੀ ਨੂੰ ਤਾਂ ਮੁੰਡਿਆਂ ਨਾਲ ਘਲਾ ਸਕਦਾ, ਮਿੱਟੀ 'ਚ ਘਲਾ ਸਕਦਾ, ਕਿਸੇ ਤੀਸਰੇ ਦੀ ਬੱਚੀ ਨੂੰ ਕਿੱਦਾਂ ਮੈਂ ਮੁੰਡਿਆਂ ਨਾਲ ਘਲਾਵਾਂ, ਕਿੱਦਾਂ ਮਿੱਟੀ 'ਚ ਘਲਾਵਾਂ, ਉਹ ਔਖਾ ਸੀ ਮੇਰੇ ਲਈ। ਤਾਂ ਫਿਰ ਮੈਂ ਉਹਨਾਂ ਨੂੰ ਜਦੋਂ ਜਵਾਬ ਦਿੱਤਾ, ਉਹ ਕੁੜੀਆਂ ਬਹੁਤ ਪਰੇਸ਼ਾਨ ਹੋ ਕੇ ਗਈਆਂ। ਮੈਂ ਬਹੁਤ ਵਾਰੀ ਪਹੁੰਚ ਕੀਤੀ ਸਰਕਾਰ ਤੱਕ ਕਿ ਮੈਨੂੰ ਮੈਟ ਦੀ ਉਪਲਬਧੀ ਦਿੱਤੀ ਜਾਵੇ, ਮੇਰੀ ਮਦਦ ਕੀਤੀ ਜਾਵੇ, ਪਰ ਨਹੀਂ ਹੋਈ। ਸਰਕਾਰਾਂ ਅਕਸਰ ਕਹਿੰਦੀਆਂ ਨੇ, ਬਹੁਤ ਸਾਰੇ ਲੋਕ ਅਕਸਰ ਸਰਕਾਰੀ ਦਰਬਾਰੇ ਵਾਲੇ ਕਹਿੰਦੇ ਆ ਕਿ ਅਸੀਂ ਪੰਜਾਬ ਦੇ ਵਿੱਚ ਖੇਡਾਂ ਨੂੰ ਪ੍ਰੋਤਸਾਹਿਤ ਕਰਨਾ, ਅਸੀਂ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਹਟਾ ਕੇ ਇਸ ਪਾਸੇ ਲਾਉਣਾ ਆ ਤਾਂ ਕਿ ਉਹ ਜਵਾਨੀ ਨੂੰ ਸੰਭਾਲਣ, ਜਵਾਨੀ ਸੰਭਾਲਣ ਦੇ ਨਾਲ ਨਾਲ ਪੰਜਾਬ ਦਾ ਨਾਮ ਵੀ ਰੌਸ਼ਨ ਕਰਨ। ਪਰ ਜੇ ਕੋਈ ਇੰਨਿਆਂ 'ਚੋਂ ਉੱਠੇ ਸੂਰਮਾ ਵਾਂਗੂ ਕੋਈ ਟਾਵਾਂ ਟੱਲਾ ਨਿਕਲ ਕੇ ਬਾਹਰ ਆਉਂਦਾ ਤੇ ਫਿਰ ਉਹਦੀ ਬਾਂਹ ਫੜਨ ਤੋਂ ਪਤਾ ਨਹੀਂ ਸਰਕਾਰਾਂ ਕਾਹਤੋਂ ਪਿੱਛੇ ਹਟਦੀਆਂ ਨਜ਼ਰ ਆਉਂਦੀਆਂ। ਜੇ ਇਹੀ ਰੋਜ਼ ਘਈ ਦੀ ਬਾਂਹ ਫੜੀ ਹੋਵੇ, ਇਸ ਲੜਕੀ ਨੂੰ ਮੌਕੇ ਉਪਲਬਧ ਕਰਵਾਏ ਜਾਣ, ਸੁਵਿਧਾਵਾਂ ਦਿੱਤੀਆਂ ਜਾਣ, ਤੇ ਕੋਈ ਇਹਦੇ 'ਚ ਦੋ ਰਾਏ ਨਹੀਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਓਲੰਪਿਕਸ ਦੇ ਵਿੱਚੋਂ ਮੈਡਲ ਲਿਆ ਸਕਦੀ ਆ ਭਾਰਤ ਲਈ। ਉਹ ਮੈਡਲ ਕੱਲਾ ਇਹ ਕਾਠਗੜ੍ਹ ਲਈ ਨਹੀਂ ਹੋਏਗਾ, ਇਹ ਉਹ ਮੈਡਲ ਕੱਲਾ ਜਿਹੜਾ ਇਹਨਾਂ ਦੇ ਪਿਤਾ ਸ਼੍ਰੀ ਲਈ ਨਹੀਂ ਹੋਏਗਾ, ਉਹ ਮੈਡਲ ਮੁਲਕ ਦੇ ਲਈ ਹੋਏਗਾ। ਬਸ ਜ਼ਰੂਰਤ ਇਸ ਬੱਚੀ ਦੀ ਬਾਂਹ ਫੜਨ ਦੀ ਹੈ, ਇਹਦੇ ਨਾਲ ਖੜਨ ਦੀ ਹੈ। ਹੁਣ ਜਦੋਂ ਕੁਸ਼ਤੀ ਕਰਵਾਉਂਦੇ ਹੋ, ਅਖਾੜਿਆਂ 'ਚ ਘੁਲਾਉਂਦੇ ਹੋ, ਮੈਟ 'ਤੇ ਵੀ ਘੁਲਦੀ ਹੈ। ਜਦੋਂ ਮੈਟ ਦੀ ਕੁਸ਼ਤੀ 'ਤੇ ਇਹ ਘੁਲਦੀ ਹੈ, ਲੱਗਦਾ ਕਿਤੇ ਨਾ ਕਿਤੇ, ਕਿਉਂਕਿ ਦੇਸੀ ਨੁਕਤੇ ਜਿਹੜੇ ਹੁੰਦੇ ਆ ਤਿਆਰ ਕਰਨ ਦੇ ਪਹਿਲਵਾਨ ਨੂੰ, ਉਹ ਕੁਝ ਹੋਰ ਤਰੀਕੇ ਦੇ ਹੁੰਦੇ ਆ। ਜਦੋਂ ਅੰਤਰਰਾਸ਼ਟਰੀ ਮੁਕਾਬਲਿਆਂ ਦੀ ਗੱਲ ਕਰਦੇ ਆ ਤੇ ਉਹ ਟੈਕਟਿਕਸ ਜਿਹੜੀਆਂ ਹੁੰਦੀਆਂ ਨੇ, ਤਕਨੀਕਾਂ ਜਿਹੜੀਆਂ ਹੁੰਦੀਆਂ ਨੇ, ਦਾਅ ਪੇਚ ਜਿਹੜੇ ਹੁੰਦੇ ਆ ਮੈਟ ਦੀ ਕੁਸ਼ਤੀ ਦੇ, ਉਹ ਕੁਝ ਹੋਰ ਤਰੀਕੇ ਦੇ ਹੁੰਦੇ ਆ। ਤੇ ਫਿਰ ਉਹਨਾਂ ਹਾਲਾਤਾਂ ਦੇ ਵਿੱਚ ਕੀ ਤੁਸੀਂ ਆਪਣੇ ਆਪ ਨੂੰ ਸਮਰੱਥ ਸਮਝਦੇ ਹੋ ਕਿ ਉਹ ਸਾਰਾ ਕੁਝ ਸਿਖਾ ਸਕਦੇ ਹੋ, ਜਾਂ ਤੁਹਾਨੂੰ ਲੱਗਦਾ ਕਿ ਨਹੀਂ ਕੋਚ ਵੀ ਇੱਕ ਬਿਹਤਰ ਮਿਲਣਾ ਚਾਹੀਦਾ ਇਹਨੂੰ ਤਾਂ ਕਿ ਉਹ ਅੰਤਰਰਾਸ਼ਟਰੀ ਮੁਕਾਬਲਿਆਂ ਲਈ ਇਹਨੂੰ ਤਿਆਰ ਕਰ ਸਕੇ? ਮੈਂ ਜਦੋਂ ਰੋਜ਼ ਪਹਿਲੀ ਵਾਰੀ ਜ਼ਿਲ੍ਹਾ ਜਿੱਤੀ ਆ ਤੇ ਲੁਧਿਆਣੇ ਯੂਨੀਵਰਸਿਟੀ ਲਈ ਸਿਲੈਕਟ ਹੋਈ ਆ ਪੰਜਾਬ ਲਈ, ਉਦੋਂ ਯੂਨੀਵਰਸਿਟੀ ਗਏ ਸੀਗੇ 2018 'ਚ,
ਤੇ ਜਦੋਂ ਉੱਥੇ 2019 ਚ ਗਏ ਸੀਗੇ, ਜਦੋਂ ਉੱਥੇ ਗਏ ਯੂਨੀਵਰਸਿਟੀ 'ਚ ਮੈਟ ਤੇ ਕੁਸ਼ਤੀ ਹੋਈ, ਤੇ ਉਹ ਮੈਟ ਦੀ ਕੁਸ਼ਤੀ ਦਾ ਤਾਂ ਬਹੁਤ ਫਰਕ ਹੈ ਮਿੱਟੀ ਔਰ ਮੈਟ ਦੀ ਕੁਸ਼ਤੀ ਦਾ। ਕੁੜੀਆਂ ਬਹੁਤ ਫਾਸਟ ਸੀਗੀਆਂ। ਇਹ ਜਿੱਤਦੀ ਤਾਂ ਰਹੀ ਜਾਨ ਦੇ ਨਾਲ, ਮਤਲਬ ਉਹਨਾਂ ਨੂੰ ਤੋੜ ਮਰੋੜ ਕੇ ਦੇਸੀ ਨੁਕਤਿਆਂ ਨਾਲ, ਪਰ ਉਹ ਮੈਟ ਵਾਲਾ ਤਰੀਕਾ ਨਹੀਂ ਸੀ ਇਹਦਾ ਕੁਸ਼ਤੀ ਲੜਨ ਦਾ। ਉਹ ਕੁਸ਼ਤੀ ਜਿੱਤਣ ਤੋਂ ਬਾਅਦ ਜਦੋਂ ਪਹਿਲੀ ਕੁਸ਼ਤੀ ਜਿੱਤੀ, ਕੁਛ ਸੈਕਿੰਡਾਂ 'ਚ ਦੂਜੀ ਜਿੱਤੀ, ਫਿਰ ਮੇਰੇ ਕੋਲ ਕੋਚ ਸਾਹਿਬਾਨ ਅਲੱਗ-ਅਲੱਗ ਸਕੂਲਾਂ ਦੇ ਆਏ ਵੀ ਤੁਸੀਂ ਕਿੱਥੋਂ ਆਏ ਆ। ਫਿਰ ਮੈਂ ਉਹਨਾਂ ਨੂੰ ਦੱਸਿਆ ਵੀ ਮੈਂ ਕਾਠਗੜ੍ਹੋਂ ਆਇਆ ਵਾਂ। ਉਹ ਕਹਿੰਦੇ ਵੀ ਕੁੜੀ ਨੂੰ ਤੁਸੀਂ ਚੰਗੇ ਕੋਚ ਕੋਲ ਛੱਡੋ, ਕੁੜੀ ਸਿੱਖ ਸਕਦੀ, ਕੁੜੀ ਮੰਨ ਸਕਦੀ, ਇਹਨੂੰ ਮੈਟ ਤੇ ਪ੍ਰੈਕਟਿਸ ਕਰਾਓ। ਮੈਂ ਉਹਨਾਂ ਨਾਲ ਵੀ ਫਿਰ ਉਸ ਗੱਲ ਨਾਲ ਸਹਿਮਤ ਸੀਗਾ ਵੀ ਜੋ ਮੈਂ ਮਿੱਟੀ 'ਚ ਸਿਖਾਉਣਾ ਆ ਉਹ ਮੈਟ ਤੇ ਥੋੜ੍ਹਾ ਟਾਈਮ ਤਾਂ ਕੰਮ ਕਰਦਾ, ਪਰ ਮੈਟ ਦੀ ਤਕਨੀਕ ਬਹੁਤ ਅਲੱਗ ਆ ਜੀ। ਮੈਟ ਜ਼ਰੂਰੀ ਆ, ਮੈਟ ਦੀ ਕੁਸ਼ਤੀ ਲਈ ਮੈਟ ਤੇ ਹੀ ਪ੍ਰੈਕਟਿਸ ਕਰਾਉਣੀ ਪੈਣੀ, ਔਰ ਰੋਜ਼ ਨੂੰ ਕੋਚ ਦੀ ਵੀ ਜ਼ਰੂਰਤ ਆ। ਹੁਣ ਇਹਦਾ ਕੋਚ ਹੈਗਾ ਵੀਰਾ ਬਾੜਵਾਲ ਕੋਚ ਆ, ਉਹ ਵਧੀਆ ਕੋਚ ਆ, ਉੱਥੇ ਜਾਂਦੀ ਆ। ਪਰ ਹੁਣ ਲੋਕਡਾਊਨ ਕਰਕੇ ਕੁਝ ਸਮਾਂ ਨਹੀਂ ਗਈ ਆ, 4 ਮਹੀਨੇ ਹੋ ਗਏ ਆ, ਤੇ ਰੈਗੂਲਰ ਇੱਥੇ ਖਾੜੇ 'ਚ ਮਿੱਟੀ 'ਚ ਪ੍ਰੈਕਟਿਸ ਕਰਦੀ ਆ। ਸਵੇਰ ਸ਼ਾਮ ਹੁੰਦੀ ਆ ਪ੍ਰੈਕਟਿਸ, ਉਹੀ ਕਰਦੇ ਆ। ਫਰਕ ਹੈ ਮਿੱਟੀ ਔਰ ਮੈਟ ਦੀ ਕੁਸ਼ਤੀ ਦਾ ਬਹੁਤ। ਦੀ ਕੁਸ਼ਤੀ ਦਾ ਫਰਕ ਹੈ, ਕਿਉਂਕਿ ਜਦੋਂ ਤੁਸੀਂ ਕੁਲਦੀਪ ਜੀ ਜਦੋਂ ਤੁਸੀਂ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਦੀ ਗੱਲ ਕਰਦੇ ਹੋ ਤੇ ਫਿਰ ਕੁਝ ਬੰਦਿਸ਼ਾਂ ਉੱਥੇ ਹੋਣੀਆਂ ਆ, ਕੁਝ ਜ਼ਰੂਰਤਾਂ, ਕੁਝ ਲੋੜਾਂ ਪੈਣੀਆਂ, ਤੇ ਮੈਨੂੰ ਲੱਗਦਾ ਇਹ ਲੋੜਾਂ ਵੀ ਸਰਕਾਰ ਦੇ ਸਹਿਯੋਗ ਨਾਲ ਹੀ ਸੰਭਵ ਹੋ ਪਾਉਣੀਆਂ ਆ, ਕਿਉਂਕਿ ਉੱਥੇ ਵੀ ਸਰਕਾਰ ਜੇ ਉਪਲਬਧ ਕਰਵਾ ਦੇਵੇ ਇਹ ਸਾਰਾ ਕੁਝ ਤੇ ਜ਼ਿਆਦਾ ਬਿਹਤਰ ਹੋ ਸਕਦਾ ਹੈ। ਇਹਦੇ ਲਈ ਆਪਾਂ ਥੋੜ੍ਹਾ ਰੋਜ਼ ਘਈ ਨਾਲ ਵੀ ਹੋਰ ਗੱਲ ਕਰਨੀ ਆ, ਨਾਲ ਦੀ ਨਾਲ ਉਹਦੀ ਛੋਟੀ ਭੈਣ ਜਿਹੜੀ ਆ ਉਹ ਚੁਲਬਲੀ ਬਹੁਤ ਆ ਤੇ ਉਹ ਵੀ ਕੁਸ਼ਤੀ ਦੇ ਵਿੱਚ ਆਈ, ਆਪਾਂ ਉਹਦੇ ਨਾਲ ਵੀ ਗੱਲ ਕਰਨੀ ਆ, ਔਰ ਪਿੰਡ ਦੇ ਕੁਝ ਮੋਹਤਬਾਰ ਜਿਹੜੇ ਲੋਕ ਨੇ ਉਹਨਾਂ ਨਾਲ ਵੀ ਗੱਲ ਜ਼ਰੂਰ ਕਰਾਂਗੇ, ਕਿਉਂਕਿ ਪਿੰਡ ਦੇ ਵਿੱਚੋਂ ਜੇ ਕਿਸੇ ਲੜਕੀ ਨੇ ਇਸ ਤਰੀਕੇ ਨਾਲ ਪਿੰਡ ਦਾ ਨਾਂ ਬਣਾਉਣ ਲਈ ਝੰਡਾ ਚੁੱਕਿਆ ਆ ਤੇ ਫਿਰ ਪਿੰਡ ਦੀ ਜਿਹੜੀ ਨੁਮਾਇੰਦਗੀ ਕਰਨ ਵਾਲੇ ਲੋਕ ਆ ਉਹ ਕਿੱਦਾਂ ਦਾ ਮਹਿਸੂਸ ਕਰਦੇ ਆ, ਆਪਾਂ ਉਹ ਵੀ ਜਾਣਨਾ ਆ। ਪਹਿਲਾਂ ਤਾਂ ਮੈਂ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦਾ ਚੈਨਲ ਦਾ ਜੀ, ਕਿ ਤੁਸੀਂ ਸਾਡੇ ਇੱਕ ਛੋਟੇ ਜਿਹੇ ਨਵਾਣੇ ਪਿੰਡ ਦੇ ਵਿੱਚ ਆ ਕੇ ਇਸ ਕਵਰਿੰਗ ਨੂੰ ਲੈ ਰਹੇ ਹੋ। ਤੇ ਮੈਂ ਗੁਰਨਾਮ ਸਿੰਘ ਚਾਹਲ, ਸਰਪੰਚ ਪਿੰਡ ਖਾਠਗੜ੍ਹ ਤੋਂ 2018 ਵਿੱਚ ਬਣਿਆ ਜੀ ਪਹਿਲੀ ਵਾਰ। ਤੇ ਕੁਸ਼ਤੀਆਂ ਮੈਂ ਇਹਦੀ ਬੇਟੀ ਦੀਆਂ 4-5 ਸਾਲ ਤੋਂ ਦੇਖ ਰਿਹਾ ਜੀ। ਵੈਸੇ ਜਦੋਂ ਸਾਡੇ ਪਿੰਡ ਛਿੰਝ ਹੁੰਦੀ ਹੈ ਜੀ, ਤੇ ਉਸ ਟਾਈਮ ਦੇਖ ਲਓ ਵੀ ਪਿੰਡ ਦੀਆਂ ਜਨਾਨੀਆਂ ਵੀ ਦੇਖਣ ਵਾਸਤੇ ਜਾਂਦੀਆਂ ਕਿ ਇੱਕ ਬੱਚੀ ਘੁਲ ਰਹੀ ਹੈ ਜੀ। ਤੇ ਰੋਜ਼ ਘਈ ਦਾ ਮੁੰਡਿਆਂ ਨਾਲ ਵੀ ਘੋਲ ਹੁੰਦਾ ਜੀ, ਲੜਕੀਆਂ ਨਾਲ ਵੀ ਘੋਲ ਹੁੰਦਾ ਜੀ। ਤੇ ਜਦੋਂ ਇਹਦਾ ਘੋਲ ਹੁੰਦਾ ਤਾਂ ਦੁਨੀਆ ਇੱਕਦਮ ਖੜ੍ਹ ਨਹੀਂ ਟਿਕੇ ਵੀ ਹੁਣ ਵੀ ਘੋਲ ਦੇਖਣ ਵਾਲੀ ਹੈ ਜੀ, ਹੈ ਨਾ। ਪਿਛਲੇ ਸਾਲ ਵੀ ਜਦੋਂ ਸਾਡੇ ਪਿੰਡ ਛਿੰਝ ਹੋਈ ਸੀ ਉਦੋਂ ਵੀ ਬਹੁਤ ਵਧੀਆ ਘੋਲੇ ਨੇ ਮਤਲਬ ਆਪਣਾ ਕੀਤਾ ਜੀ, ਬਹੁਤ ਵਧੀਆ। ਮਤਲਬ ਕਿ ਲੜਕੀ ਨਾਲ ਘੁਲੀ, ਲੜਕੇ ਨਾਲ ਵੀ ਘੁਲੀ ਜੀ, ਮੁੜ ਕੇ ਤੀਜੀ ਵਾਰ ਮੁੜ ਕੇ ਫਿਰ ਪਟਕੇ 'ਤੇ ਵੀ ਘੁਲੀ ਜੀ। ਫਿਰ ਜੀ 3 ਘੋਲਾਂ ਲਗਾਤਾਰ ਕੀਤੀਆਂ ਇਹਨਾਂ ਨੇ ਜੀ। ਇੱਕ ਚੀਜ਼ ਹੋ ਰਿਹਾ, ਜਦੋਂ ਅਸੀਂ ਪੁਰਾਣਾ ਕਲਚਰ ਦੇਖਦੇ ਹਾਂ ਨਾ ਪਿੰਡਾਂ ਦਾ, ਸਾਡੇ ਪੰਜਾਬ ਦਾ, ਪਹਿਲਵਾਨਾਂ ਨੂੰ ਲੈ ਕੇ, ਤੇ ਪਹਿਲਵਾਨ ਦੀ ਪਰਵਰਿਸ਼ ਕਰਦੇ ਸੀ ਪਿੰਡ ਦੇ ਲੋਕ ਕਿ ਸਾਡੇ ਪਿੰਡ ਦਾ ਇਹ ਨਾਮ ਰੌਸ਼ਨ ਕਰੇਗਾ ਪਹਿਲਵਾਨ। ਉਹ ਕੀ ਕਰਦੇ ਸੀਗੇ, ਪਿੰਡ 'ਚੋਂ ਰਸਦ ਇਕੱਠੀ ਕਰਦੇ ਸੀਗੇ, ਉਹਨੂੰ ਜੇ ਕਿਸੇ ਚੀਜ਼ ਦੀ ਜ਼ਰੂਰਤ ਹੁੰਦੀ ਉਹਦੀ ਉਹ ਜ਼ਰੂਰਤ ਪੂਰੀ ਕਰਦੇ ਸੀਗੇ ਕਿ ਤੇਰੇ ਵੱਲੋਂ ਕੋਈ ਕਮੀ ਕੁਸ਼ਤੀਆਂ ਲੜਨ 'ਚ ਨਹੀਂ ਹੋਣੀ ਚਾਹੀਦੀ ਤੇ ਸਾਡੇ ਵੱਲੋਂ ਸੁਵਿਧਾਵਾਂ ਦੇਣ 'ਚ ਕੋਈ ਕਮੀ ਨਹੀਂ ਆਏਗੀ। ਪਿੰਡ ਵੱਲੋਂ ਇਸ ਲੜਕੀ ਨੂੰ ਅੱਗੇ ਵਧਣ ਲਈ ਕਿੰਨੀ ਕੁ ਮਦਦ ਕੀਤੀ ਜਾ ਰਹੀ ਹੈ, ਕਿਸ ਤਰੀਕੇ ਨਾਲ ਮਦਦ ਕੀਤੀ ਜਾ ਰਹੀ ਹੈ, ਇਹ ਵੀ ਜ਼ਰਾ ਦੱਸ ਦਿਓ। ਦੇਖੋ, ਪਹਿਲਾਂ ਤਾਂ ਸਾਡੇ ਬਾਬਾ ਜੀ, ਬਾਬਾ ਸ਼ਸ਼ੀ ਰਾਮ ਜੀ ਜਿਹੜੇ ਗੱਦੀ ਨਸ਼ੀਨ ਹੈ, ਤੇ ਆਪਣੇ ਕੁਲਦੀਪ ਜੀ, ਕਾਲੇ ਸ਼ਾਹ ਜੀ, ਪਹਿਲਾਂ ਇਹਨਾਂ ਦਾ ਮਹਾਰਾਜ ਜੀ ਇੰਨੀ ਜ਼ਿਆਦਾ ਮਿਹਰ ਆ ਪੈਣਾ, ਉਹ ਕਿਸੇ ਚੀਜ਼ ਦੀ ਕਮੀ ਹੈ ਹੀ ਨਹੀਂ ਜੀ। ਤੇ ਉਸ ਤੋਂ ਬਾਅਦ ਪਿੰਡ ਵੀ ਨਾ ਨਾਲ ਖੜਾ ਹਰ ਟਾਈਮ ਜੀ। ਅਸੀਂ ਹਰ ਟਾਈਮ ਨਾਲ ਆ, ਜਿੱਥੇ ਸਾਡੀ ਲੋੜ ਹੋਵੇ ਅਸੀਂ ਹਾਜ਼ਰ ਹੋਵਾਂਗੇ। ਪੰਜਾਬ ਲੈਵਲ 'ਤੇ, ਜ਼ਿਲ੍ਹਾ ਲੈਵਲ 'ਤੇ, ਇੰਟਰਨੈਸ਼ਨਲ 'ਤੇ ਵੀ ਜੇ ਸਾਨੂੰ ਕੋਈ ਲੋੜ ਪਵੇ ਕਿਸ ਤਰ੍ਹਾਂ ਜੀ, ਤਾਂ ਅਸੀਂ ਉੱਥੇ ਵੀ ਨਾਲ ਖੜ੍ਹਨ ਨੂੰ ਤਿਆਰ ਹਾਂ ਹਰ ਟਾਈਮ। ਸਾਰਾ ਪਿੰਡ ਦੇ ਨਾਲ ਮੈਂ ਆਪਣਾ ਖੁਦ ਸਰਪੰਚ ਤੌਰ 'ਤੇ ਜੀ। ਤੇ ਬਾਕੀ ਗੱਲ ਇਹ ਹੈ ਵੀ ਬਹੁਤ ਘੱਟ ਲੜਕੀਆਂ ਦੇਖਿਆ ਮੈਂ ਕੁਸ਼ਤੀ ਕਰ ਰਹੀਆਂ। ਸਾਡੇ ਇਲਾਕੇ ਦਾ ਖੈਰ ਹੈ ਕੋਈ ਨਹੀਂ ਮੇਰੇ ਖਿਆਲ, ਸ਼ਾਇਦ ਜਿੱਦਾਂ ਨੇ ਸਮੱਸਿਆ ਦੱਸੀ ਹੈ ਕਿ ਮੈਟਾਂ ਦੀ ਸਮੱਸਿਆ ਹੈਗੀ ਹੈ ਜੀ, ਵੀ ਮੈਟ ਦੇ ਉੱਪਰ ਜਿਹੜੀ ਕੁਸ਼ਤੀ ਅਲੱਗ ਕਿਸਮ ਦੀ ਆ, ਕੁਸ਼ਤੀ ਅਲੱਗ ਕਿਸਮ ਦੀ ਹੈ ਮਿੱਟੀ ਵਾਲੀ। ਤੇ ਸੋ ਅਸੀਂ ਕੋਸ਼ਿਸ਼ ਕਰਾਂਗੇ ਕਿ ਸਰਕਾਰ ਤੱਕ ਇਹ ਗੱਲ ਪਹੁੰਚਾਈਏ, ਤਾਂ ਜੋ ਕਿ ਆਪਣੇ ਕੋਲ ਜਗ੍ਹਾ ਵੀ ਕਾਫੀ ਤੇ ਪਈ ਆ, ਵੀ ਕੋਈ ਤਾਂ ਕਿ ਮੈਟ ਉਪਲਬਧ ਹੋ ਜਾਣ ਜੀ, ਤਾਂ ਕਿ ਨਾਲ ਦੇ ਪਿੰਡਾਂ ਦੀਆਂ ਹੋਰ ਲੜਕੀਆਂ ਵੀ ਆ ਕੇ ਇਸ ਤਰ੍ਹਾਂ ਮਤਲਬ ਅੱਗੇ ਵਧਣ ਜੀ। ਉਹਦੇ ਵਿੱਚ ਕੀ ਹੁੰਦਾ ਕਿ ਲੜਕੀਆਂ ਨੂੰ ਬਹੁਤ ਜ਼ਿਆਦਾ ਉਤਸ਼ਾਹ ਮਿਲਦਾ ਕਿ ਜਦੋਂ ਇੱਕ ਬੱਚੀ ਘੁਲਦੀ ਹੈ ਜੀ। ਜਦ ਕਿ ਸਾਡਾ ਇਲਾਕਾ ਕਾਫੀ ਪਛੜਾ ਇਲਾਕਾ ਜੀ, ਇਹ ਕੰਢੀ ਇਲਾਕਾ ਤੁਸੀਂ ਦੇਖਿਆ ਹੋਣਾ ਜੀ। ਇਸ ਛੋਟੇ ਜਿਹੇ ਦੇ ਮਤਲਬ ਇਸ ਇਲਾਕੇ ਵਿੱਚੋਂ, ਇਸ ਪਿੰਡ ਦੇ ਵਿੱਚੋਂ ਇੱਕ ਲੜਕੀ ਨੇ ਉੱਭਰ ਕੇ ਭਰਾਣਾ ਜੀ ਕੁਸ਼ਤੀ ਵਾਸਤੇ ਬਹੁਤ ਮਿਹਨਤ ਵਾਲੀ ਗੱਲ ਹੈ ਜੀ। ਕਿਉਂਕਿ ਮੈਂ ਇਸ ਕਰਕੇ ਵੀ ਗੱਲ ਕੀਤੀ ਹੈ ਕਿ
ਅਸੀਂ ਉਹ ਪੁਰਾਣੇ ਦੌਰ ਦੀ ਗੱਲ ਸਿਰਫ ਉਦਾਹਰਨ ਦੇ ਤੌਰ ਤੇ ਦਿੱਤੀ ਆ। ਅੱਜ ਘੇ ਦੇ ਪੀਪੇ ਦੇ ਦਈਏ ਉਹੀ ਕਾਫੀ ਨਹੀਂ ਆ। ਜਿਹੜੀ ਚੀਜ਼ ਦੀ ਜ਼ਰੂਰਤ ਹੈ, ਕਿਉਂਕਿ ਪਿੰਡਾਂ ਦੀਆਂ ਪੰਚਾਇਤਾਂ ਤਾਂ ਹੁਣ ਇਹੋ ਜਿਹੀਆਂ ਹੋ ਗਈਆਂ ਕਿ ਕਈ ਵਾਰੀ ਸਰਕਾਰ ਤੋਂ ਵੀ ਕੋਈ ਉਮੀਦ ਨਹੀਂ ਰੱਖਦੀਆਂ, ਆਪਣੇ ਪੱਧਰ ਤੇ ਪਿੰਡਾਂ ਦੀ ਨੁਹਾਰ ਬਦਲੀ ਜਾਂਦੀਆਂ ਤੇ ਪੰਚਾਇਤ ਪੱਧਰ ਤੇ ਕੁਝ ਇਦਾਂ ਦਾ ਵੀ ਫੈਸਲਾ ਭਵਿੱਖ ਦੇ ਵਿੱਚ ਅਸੀਂ ਉਮੀਦ ਕਰਦੇ ਲਓਗੇ ਤੁਸੀਂ ਕਿ ਸਰਕਾਰ ਨਹੀਂ ਬਾਂਹ ਫੜਦੀ ਤੇ ਇੱਥੇ ਮੈਟ ਜਿਹੜਾ ਆ ਉਹ ਪਿੰਡ ਦੀ ਪੰਚਾਇਤ ਵੱਲੋਂ ਲਵਾਇਆ ਗਿਆ ਹੋਵੇ ਤੇ ਇੱਥੇ ਇਕੱਲੀ ਇਹੀ ਰੋਜ਼ ਕਈ ਨਾ ਹੋਵੇ, ਬਲਕਿ ਰੋਜ਼ ਕਈ ਸਾਰੀਆਂ ਕੁੜੀਆਂ ਇਸ ਇਲਾਕੇ ਦੀਆਂ ਹੋਣ ਤੇ ਉਸ ਮੈਟ ਦੇ ਉੱਤੇ ਘੁਲਦੀਆਂ ਨਜ਼ਰ ਆਉਣ, ਜਿਹਦੇ ਤੋਂ ਭਵਿੱਖ ਨਜ਼ਰ ਆਵੇ ਕਿ ਇਹ ਕਾਠਗੜ੍ਹ ਦਾ ਭਵਿੱਖ ਹੈ ਜੀ, ਇਕੱਲੇ ਕਾਠਗੜ੍ਹ ਦਾ ਨਹੀਂ, ਇਹ ਸਾਡੇ ਮੁਲਕ ਦਾ ਭਵਿੱਖ ਹੈ। ਕੁਝ ਇਦਾਂ ਦੀ ਉਮੀਦ ਜਿਹੜੀ ਆ ਉਹ ਅਸੀਂ ਰੱਖਦੇ ਹਾਂ ਤੁਹਾਡੇ ਕੋਲੋਂ। ਤੇ ਰੋਜ਼ ਕਈ ਦੀ ਛੋਟੀ ਭੈਣ, ਕਹਿ ਸਕਦੇ ਨਿੱਕੀ ਜਿਹੀ, ਪਰ ਜਿੰਨੀ ਨਿੱਕੀ ਆ ਉਨੀ ਤਿੱਖੀ ਹੈ, ਵੀ ਤੁਹਾਨੂੰ ਦੱਸ ਦਿੰਦੇ ਆ। ਨਾਮ ਦੱਸ ਦਿਓ ਪੁੱਤ ਆਪਣਾ। ਕ੍ਰਿਤਿਕਾ ਕਈ। ਕ੍ਰਿਤਿਕਾ ਕਈ। ਕ੍ਰਿਤਿਕਾ, ਕੁਸ਼ਤੀ ਲੜਦੇ ਹੋ ਦੀਦੀ ਨਾਲ? ਹਾਂਜੀ। ਢਾਉਂਦੇ ਹੋ ਕਿ ਢਹਿੰਦੇ ਹੋ? ਢੋਨੇ ਆ ਵੀ ਢੰਨੇ ਬਰਾਬਰ ਹੀ ਹੁੰਦਾ ਹੈ। ਬਰਾਬਰ ਹੀ ਹੁੰਨੇ ਆ। ਹਾਂਜੀ। ਐਡੀ ਛੋਟੀ ਜਿਹੀ ਉਮਰ 'ਚ ਢਾ ਲੈਂਦੇ ਆ ਆਪਣੀ ਦੀਦੀ ਨੂੰ? ਨਹੀਂ, ਦੀਦੀ ਢਾਉਂਦੀ ਹੈ। ਦੀਦੀ ਵੀ ਢਾ ਲੈਂਦੀ ਆ। ਅੱਛਾ, ਪੜ੍ਹਦੇ ਕਿਹੜੀ ਕਲਾਸ 'ਚ ਹੋ ਤੁਸੀਂ? 4th। 4th ਕਲਾਸ ਦੇ ਵਿੱਚ। ਤੇ ਸਕੂਲ ਦੇ ਵਿੱਚ ਫਿਰ ਜਦੋਂ ਸ਼ਰਾਰਤਾਂ ਹੁੰਦੀਆਂ, ਟੀਚਰ ਝਿੜਕਦੇ ਆ, ਤੇ ਫਿਰ ਉਹਨੂੰ ਕੁਸ਼ਤੀ ਵਾਲੇ ਦਾ ਪੇਚ ਦਿਖਾਉਂਦੇ ਹੋ? ਨਹੀਂ। ਆਪਣੇ ਸੰਗੀਆਂ ਸਾਥੀਆਂ ਨੂੰ, ਜਿਹੜੇ ਕਲਾਸਮੇਟ ਆ, ਉਹ ਡਰਦੇ ਆ ਤੁਹਾਡੇ ਤੋਂ ਵੀ ਕੁਸ਼ਤੀ ਲੜਦੀ ਆ ਕੁੜੀ? ਹਾਂਜੀ। ਡਰਦੇ ਆ? ਹਾਂਜੀ। ਕੁਸ਼ਤੀ ਦੇ ਵਿੱਚ ਕੀ ਕਰਨਾ ਆ? ਦੀਦੀ ਵਾਂਗੂ ਨਾਮ ਕਮਾਉਣਾ ਆ, ਅੱਗੇ ਜਾਣਾ ਆ, ਜਾਂ ਅਜੇ ਸਿਰਫ ਸ਼ੌਕ ਜਿਹਾ ਹੀ ਆ, ਮਾੜਾ ਜਿਹਾ ਬਸ ਖੇਡਦੇ ਆ ਤੇ ਖੇਡੀ ਜਾਂਦੇ ਆ? ਬਣਨਾ ਕੁਝ ਹੋਰ ਆ? ਕੁਸ਼ਤੀਆਂ ਹੀ ਲੜਨੀਆਂ, ਪਹਿਲਵਾਨ ਹੀ ਬਣਨਾ, ਜਾਂ ਕੁਝ ਹੋਰ ਬਣਨਾ ਆ? ਪਹਿਲਵਾਨ ਦੀਦੀ ਵਾਂਗੂ ਬਣਨਾ ਜੀ। ਪਹਿਲਵਾਨ ਹੀ ਬਣਨਾ? ਹਾਂਜੀ। ਕੀ ਬਾਤ ਦੀਦੀ ਹੈ। ਵਾਂਗੂ ਮੈਡਲ ਜਿੱਤਣੇ। ਦੀਦੀ ਵਾਂਗੂ ਮੈਡਲ ਜਿੱਤਣੇ ਆ? ਹਾਂਜੀ। ਇਹ ਮੈਨੂੰ ਲੱਗਦਾ ਕਿ ਜੈਨੇਟਿਕ ਹੈ, ਖੂਨ ਦੇ ਵਿੱਚ ਜਿਹੜੀਆਂ ਉਹ ਚੀਜ਼ਾਂ ਪੀੜ੍ਹੀ ਦਰ ਪੀੜ੍ਹੀ ਚੱਲਦੀਆਂ ਨੇ, ਕਿਉਂਕਿ ਪਿਤਾ ਸ਼੍ਰੀ ਜਿਹੜੇ ਆ ਉਹ ਪਹਿਲਵਾਨ ਰਹਿ ਚੁੱਕੇ ਆ। ਜ਼ਿੰਦਗੀ ਦੇ ਵਿੱਚ ਬਹੁਤ ਕੁਝ ਵਾਪਰਦਾ, ਲੋਕ ਟੁੱਟ ਕੇ ਬਿਖਰ ਜਾਂਦੇ ਨੇ, ਪਰ ਕੁਲਦੀਪ ਹੋਰਾਂ ਨੇ ਟੁੱਟ ਕੇ ਬਿਖਰਨ ਦੀ ਥਾਂ, ਜਾਂ ਇਹ ਕਹਿ ਲਿਆ ਜਾਰੋ ਕਿ ਰੋਜ਼ ਘਈ ਨੇ ਆਪਣੇ ਪਿਤਾ ਨੂੰ ਟੁੱਟ ਕੇ ਬਿਖਰਨ ਨਹੀਂ ਦਿੱਤਾ, ਬਲਕਿ ਉਹਨਾਂ ਦੇ ਲਈ ਸਹਾਰਾ ਬਣੀ ਔਰ ਬਕਾਇਦਾ ਅਖਾੜੇ ਦੇ ਵਿੱਚ ਆ ਗਈ ਤੇ ਅਖਾੜੇ ਦੇ ਵਿੱਚ ਆਣ ਕੇ ਉਹਨੇ ਸਾਬਤ ਕਰ ਦਿੱਤਾ ਕਿ ਜਿਹੜੀਆਂ ਅਖਾੜੇ ਦੇ ਵਿੱਚ ਮੱਲਾਂ ਲੜਕੇ ਮਾਰ ਸਕਦੇ ਆ, ਉਹ ਮੱਲਾਂ ਲੜਕੀਆਂ ਵੀ ਮਾਰ ਸਕਦੀਆਂ, ਘੱਟ ਉਹ ਵੀ ਨਹੀਂ ਕਿਸੇ ਨਾਲੋਂ। ਖੇਤਰ ਭਾਵੇਂ ਕੋਈ ਵੀ ਹੋਵੇ, ਐਵੇਂ ਉਹਨਾਂ ਨੂੰ ਅੰਡਰ ਐਸਟੀਮੇਟ ਕਰਨ ਦੀ ਕੋਈ ਵੀ ਲੋੜ ਨਹੀਂ ਆ। ਰੋਜ਼ ਕਈ ਦੇ ਨਾਲ ਆਪਾਂ ਥੋੜ੍ਹੀ ਜਿਹੀ ਗੱਲਬਾਤ ਹੋਰ ਕਰਨੀ ਆ, ਫਿਰ ਉਸ ਤੋਂ ਬਾਅਦ ਕਿਉਂਕਿ ਸਮਾਂ ਵੀ ਬੜੀ ਤੇਜ਼ੀ ਦੇ ਨਾਲ ਜਿਹੜਾ ਆ ਉਹ ਲੰਘਦਾ ਪਿਆ, ਸਮੇਂ ਦੇ ਵਿੱਚ ਵੀ ਸਾਨੂੰ ਦਾਇਰੇ 'ਚ ਰਹਿਣਾ ਪਏਗਾ। ਸੋ ਰੋਜ਼, ਗੱਲਾਂ ਤੁਹਾਡੀ ਛੋਟੀ ਸਿਸਟਰ ਨਾਲ ਵੀ ਕੀਤੀਆਂ, ਗੱਲਾਂ ਤੁਹਾਡੇ ਪਿਤਾ ਸ਼੍ਰੀ ਨਾਲ ਵੀ ਕੀਤੀਆਂ, ਤੁਹਾਡੇ ਪਿੰਡ ਦੇ ਮੋਹਤਬਾਰ ਜਿਹੜੇ ਨੇ ਸਰਪੰਚ ਸਾਹਿਬ ਨੇ ਉਹਨਾਂ ਨਾਲ ਵੀ ਗੱਲ ਹੋਈ ਹੈ। ਸਹਿਯੋਗ ਸਾਰੇ ਹੀ ਕਹਿੰਦੇ ਅਸੀਂ ਬਹੁਤ ਕਰ ਰਹੇ ਹਾਂ ਰੋਜ਼ ਦਾ। ਤੇ ਜਦੋਂ ਤੁਹਾਨੂੰ ਨਾ ਸਹਿਯੋਗ ਦਿੰਦੇ ਹੋਣ ਲੋਕ, ਜਦੋਂ ਤੁਹਾਡੇ ਤੋਂ ਉਮੀਦਾਂ ਲਾ ਕੇ ਬੈਠੇ ਹੋਣ, ਤੇ ਫਿਰ ਤੁਹਾਡੀਆਂ ਜ਼ਿੰਮੇਵਾਰੀਆਂ ਬਹੁਤ ਵੱਧ ਜਾਂਦੀਆਂ। ਇੱਕ ਬੋਝ ਜਿਹਾ ਵੀ ਲੱਗਦਾ ਹੁੰਦਾ ਨਾ ਕਿ ਮੇਰੇ ਵੱਲ ਸਾਰੇ ਦੇਖ ਰਹੇ ਆ ਕਿ ਆਹ ਕਰ ਜਾਣਾ, ਉਹ ਕਰ ਜਾਣਾ, ਤੇ ਉਹ ਫਿਰ ਜ਼ਿੰਮੇਵਾਰੀ ਨਿਭਾਉਣ ਦੇ ਲਈ ਮਿਹਨਤ ਵੀ ਬਹੁਤ ਕਰਨੀ ਪੈਂਦੀ ਆ। ਰੋਜ਼ ਨੇ ਭਵਿੱਖ ਦੇ ਵਿੱਚ ਜਿਹੜੇ ਸੁਪਨੇ ਦੇਖੇ ਆ, ਜਾਂ ਤੁਹਾਡੇ ਲਈ ਜਿਹੜੇ ਤੁਹਾਡੇ ਪਿਤਾ ਸ਼੍ਰੀ ਨੇ ਸੁਪਨੇ ਦੇਖੇ ਆ, ਉਹਨਾਂ ਨੂੰ ਪੂਰਿਆਂ ਕਰਨ ਦੇ ਲਈ ਮਹਿਸੂਸ ਕਰਦੀ ਹੈ ਰੋਜ਼ ਕਿ ਜਿੰਨਾ ਕੁ ਪ੍ਰੈਕਟਿਸ ਹੁਣ ਕਰਦੀ ਹੈ ਕਾਫੀ ਹੈ, ਜਾਂ ਇਹਦੇ ਤੋਂ ਵੱਧ ਕਰਨ ਦੀ ਲੋੜ ਹੈਗੀ ਆ? ਜੇ ਹਰੇਕ ਵੇਲੇ ਇੰਪਰੂਵਮੈਂਟ ਲਈ ਕਾਰਨਰ ਹੁੰਦਾ, ਹੋਰ ਕਰਨਾ, ਹਾਲੇ ਹੋਰ ਤਕੜੇ ਹੋਣਾ, ਹੋਰ ਨਾਮ ਕਮਾਉਣਾ ਆਪਣੇ ਲਈ, ਤਾਂ ਪਿੰਡ ਦਾ ਨਾਮ ਰੋਸ਼ਨ ਕਰਨਾ, ਮੈਡਲ ਲੈਣਾ, ਪ੍ਰੈਕਟਿਸ ਕਰਨੀ ਆ ਹਾਲੇ ਹੋਰ ਜ਼ਿਆਦਾ, ਆਪਣੇ ਤੇ ਕੰਮ ਕਰਨ ਦੀ ਲੋੜ ਆ। ਮੈਟ ਦੀ ਪ੍ਰੈਕਟਿਸ ਬਹੁਤ ਕਰਨੀ ਆ ਹਾਲੇ। ਅੱਛਾ, ਇੱਕ ਸਵਾਲ ਮੈਂ ਜਿਹੜਾ ਸ਼ੁਰੂ 'ਚ ਪੁੱਛਣਾ ਸੀ ਉਹ ਹੁਣ ਅਖੀਰ 'ਚ ਜਾ ਕੇ ਪੁੱਛਦਾ। ਜੋ ਕੁਝ ਹੋਇਆ ਵਾਪਰਿਆ, ਤੁਸੀਂ ਵੀ ਦੱਸਿਆ, ਤੁਹਾਡੇ ਪਿਤਾ ਸ਼੍ਰੀ ਨੇ ਵੀ ਦੱਸਿਆ, ਉਹ ਉਸ ਤੋਂ ਪਹਿਲਾਂ ਵੀ ਰੋਜ਼ ਜਿਹੜੀ ਆ ਉਹ ਪਹਿਲਵਾਨ ਹੀ ਬਣਨਾ ਚਾਹੁੰਦੀ ਸੀ, ਜਾਂ ਉਸ ਤੋਂ ਪਹਿਲਾਂ ਕੋਈ ਸੁਪਨਾ ਹੋਰ ਸੀਗਾ? ਉਸ ਤੋਂ ਬਾਅਦ ਟਰੈਕ ਚੇਂਜ ਕੀਤਾ, ਲੱਗਾ ਕਿ ਨਹੀਂ ਹੁਣ ਇਸ ਰਾਹ 'ਤੇ ਚੱਲਣਾ, ਉਸ ਤੋਂ ਪਹਿਲਾਂ ਸੁਪਨਾ ਹੋਰ ਸੀਗਾ ਜਾਂ ਇਹੀ ਸੁਪਨਾ ਸੀਗਾ? ਨਹੀਂ, ਟਰੈਕ ਤਾਂ ਨਹੀਂ ਚੇਂਜ ਕਹਿ ਸਕਦੇ। ਬ੍ਰਦਰ ਦੇ ਨਾਲ ਜਿੱਦਾਂ ਖੇਡਦੇ ਰਹਿੰਦੇ ਸੀ, ਤਾਂ ਮੈਨੂੰ ਵੀ ਐ ਸੀ, ਮੈਂ ਕਿਹਾ ਕੋਈ ਨਾ ਤੂੰ ਰੁਕ ਲੈ ਥੋੜ੍ਹੀ ਦੇਰ ਤੱਕ, ਮੈਂ ਤੈਨੂੰ ਢਾਉਂਗੀ। ਪਰ ਉਹ ਜਿੱਦਾਂ ਅਕੈਡਮੀ 'ਚ ਸੀ, ਉਹ ਮੇਰੇ ਨਾਲੋਂ ਤਕੜਾ ਹੀ ਸੀਗਾ। ਇੱਦਾਂ ਹੀ ਕਰਦੇ ਰਹਿੰਦੇ ਸੀ ਇੱਕ ਦੂਸਰੇ ਨਾਲ ਰੈਸਲਿੰਗ, ਆਪਾਂ ਦੋਵੇਂ ਜਣੇ ਨਾਲ ਛੇੜਖਾਨੀ ਕਰਦਾ ਰਹਿੰਦਾ ਹੁੰਦਾ ਸੀ, ਆ ਜਾ ਤੈਨੂੰ ਇੱਦਾਂ ਕਰਾਵਾਂ ਉੱਦਾਂ ਕਰਾਵਾਂ ਜੀ। ਉਹ ਵੀ ਨਾਲ ਹੀ ਲੱਗਾ ਰਹਿੰਦਾ ਹੁੰਦਾ ਸੀ। ਖਾੜੇ ਜਾਣਾ ਉਹਨੇ, ਜਦ ਛੁੱਟੀ 'ਤੇ ਆਉਣਾ ਖਾੜੇ ਤੋਂ, ਫਿਰ ਉਦੋਂ ਕਰਦਾ ਹੁੰਦਾ ਸੀ, ਸਿਖਾਉਂਦਾ ਹੁੰਦਾ ਸੀ ਆਪਣੇ ਵੱਲੋਂ। ਮੈਨੂੰ ਤਾਂ ਐਂ ਸੀ, ਮੈਂ ਕਿਆ ਕਰਨਾ ਉਹਨੇ ਸਿੱਖ ਕੇ, ਮੈਂ ਕਿਹਾ ਤੂੰ ਕਰ, ਤੂੰ ਹੀ ਕਰਨਾ ਆ। ਮੈਨੂੰ ਵੀ ਉਹਦੇ ਨਾਲ ਹੀ ਸੀ, ਸਾਰਿਆਂ ਦੀ ਬਹੁਤ ਸਪੋਰਟ ਸੀਗੀ ਉਹਨੂੰ, ਪਰ ਉਸ ਤੋਂ ਬਾਅਦ ਮੈਂ ਸਟਾਰਟ ਕੀਤੀ। ਜਦੋਂ ਅਖਾੜੇ 'ਚ ਉਤਰਦੇ ਹੋ, ਹੁਣ ਕੀ ਸੋਚ ਕੇ ਉਤਰਦੇ ਹੋ? ਕਿਹੜੀ ਮਨ ਦੇ ਅੰਦਰ ਚੀਜ਼ ਹੁੰਦੀ ਹੈ? ਕਦੀ ਕਦੀ ਅਖਾੜੇ 'ਚ ਉਤਰਦਾ ਕੋਈ ਥੋੜ੍ਹਾ ਡਰ ਹੁੰਦਾ,
ਕੋਈ ਅਖਾੜੇ 'ਚ ਉਤਰਦਾ ਉਤਸ਼ਾਹ ਲੈ ਕੇ ਉਤਰਦਾ, ਕੋਈ ਅਖਾੜੇ 'ਚ ਉਤਰਦਾ ਕਿ ਮੈਂ ਸਾਹਮਣੇ ਵਾਲੇ ਨੂੰ ਚਿੱਤ ਕਰਨਾ, ਕੋਈ ਅਖਾੜੇ 'ਚ ਉਤਰਦਾ ਕਿ ਮੈਂ ਪ੍ਰਦਰਸ਼ਨ ਇਦਾਂ ਦਾ ਆਪਣੀ ਖੇਡ ਦਾ ਕਰਨਾ ਆ ਕਿ ਜਿੱਤਾਂ ਹਾਰਾਂ ਉਹ ਗੱਲ ਵੱਖਰੀ ਹੋ ਜਾਏਗੀ, ਪਰ ਦੇਖਣ ਵਾਲਾ ਜ਼ਰੂਰ ਕਵੇ ਕਿ ਇਹ ਜਿਹੜੀ ਕੁਸ਼ਤੀ ਹੈ ਨਾ, ਇਦਾਂ ਦੀ ਕੁਸ਼ਤੀ ਮੈਂ ਕਦੀ ਨਹੀਂ ਦੇਖੀ। ਹਾਂਜੀ, ਆਪਣੇ ਵੱਲੋਂ ਪੂਰਾ ਜ਼ੋਰ ਲਾਈਦਾ। ਹਾਰ ਜਿੱਤ ਤਾਂ ਹੁਣ ਹੁੰਦੀ ਰਹਿੰਦੀ ਆ, ਪਰ ਆਪਣੇ ਵੱਲੋਂ ਪੂਰਾ ਕਰੀਦਾ। ਕੁਸ਼ਤੀ ਤਿਲਕਣਬਾਜੀ ਦੀ ਖੇਲ ਆ, ਆਪਣਾ ਪੂਰਾ ਜ਼ੋਰ ਲਗਾਈਦਾ। ਹਾਂਜੀ, ਮੈਂ ਦੇਖਿਆ ਸੀ ਤੁਹਾਡੇ ਅਖਾੜੇ 'ਚ 25-25 ਕਿਲੋ ਦੀਆਂ ਕਈਆਂ ਆ ਉਹ ਅਖਾੜਾ ਗੁੱਡਣ ਲਈ ਜਿਹੜੀਆਂ ਉਹ ਰੱਖੀਆਂ ਗਈਆਂ, ਔਰ ਮੈਨੂੰ ਤੁਹਾਡੇ ਜਿਹੜੇ ਸਾਥੀ ਪਹਿਲਵਾਨ ਆ ਉਹਨਾਂ ਨੇ ਦੱਸਿਆ ਸੀਗਾ ਕਿ ਜਿਹੜਾ ਇੱਕ ਵਾਰੀ ਆ 25 ਕਿਲੋ ਵਾਲੀ ਕਈ ਦੇ ਨਾਲ ਅਖਾੜਾ ਗੁੱਡ ਲੈਂਦਾ ਉਹ ਮੰਨ ਲਿਆ ਜਾਂਦਾ ਕਿ ਭਲਵਾਨ ਬਣ ਗਿਆ। ਤੇ ਰੋਜ਼ ਕਈ ਨੇ ਕਿੰਨੀ ਕੁ ਵਾਰੀ ਅਖਾੜਾ ਗੁੱਡਿਆ ਆ? ਖਾੜਾ ਤਾਂ ਡੇਲੀ ਗੁੱਡਣਾ ਪੈਂਦਾ, ਖਾੜਾ ਸਵੇਰ ਸ਼ਾਮ ਖੋਲਣਾ ਪੈਂਦਾ ਖਾੜਾ। ਉਹ 25 ਕਿਲੋ ਵਾਲੀ ਕਈ ਤੱਕ ਪਹੁੰਚ ਗਿਆ ਜਾਂ ਅਜੇ ਉਹਦੇ ਤੋਂ? ਕਿਉਂਕਿ 3 ਉਹ ਰੱਖੇ ਹੋਇਆ ਸਾਈਜ਼, ਇੱਕ ਆਉਂਦਾ ਨਵਾਂ ਭਲਵਾਨ ਆ ਉਹਨੂੰ ਦਿੰਦੇ ਆ, ਉਹ ਛੋਟੀ ਕਈ ਆ ਥੋੜੀ ਜਿਹੀ ਮੇਰੇ ਵਰਗੇ ਨੂੰ ਜਿਹੜੀ ਦੇਣੀ ਹੁੰਦੀ ਆ, ਤੇ ਉਹ ਇੱਕ ਮਿਡਲ ਵਾਲਾ ਰੱਖਿਆ ਹੈ ਤੇ ਇੱਕ ਜਿਹੜਾ ਪੱਕਾ ਭਲਵਾਨ ਉਹਦੇ ਲਈ ਰੱਖਿਆ। ਤੁਸੀਂ ਉਹ ਮਿਡਲ ਵਾਲੀ ਚਲਾਉਂਦੇ ਹੋ ਕਈ ਜਾਂ ਅਜੇ ਸ਼ੁਰੂਆਤ ਮੇਰੇ ਵਾਲੀ ਆ ਕਈ ਚਲਾ ਰਹੇ ਹੋ? ਨਹੀਂ, ਮੈਂ ਮਿਡਲ ਵਾਲੀ ਚਲਾਨੀ। ਥੋੜਾ ਅੱਧਾ ਖਾੜਾ ਮੈਂ ਬੜੀ ਕਹੀ ਨਾ ਗੁੱਡਦੀ ਹੁੰਨੀ। ਹੌਲੀ ਹੌਲੀ ਉਹਦੀ ਆਦਤ ਬਣੀ, ਹੁਣ ਭਾਰੀ ਜ਼ਿਆਦਾ ਉਹ ਭਾਰੀ ਜ਼ਿਆਦਾ ਆ। ਤੇ ਕੋਈ ਗੱਲ ਨਹੀਂ ਆ, ਉਮਰ ਦੇ ਪੜਾਅ ਦੇ ਮੁਤਾਬਕ ਮੇਰਾ ਖਿਆਲ ਹੈ ਕਿ ਜੇ ਤੁਸੀਂ ਅੱਧਾ ਵੀ ਉਹਦੇ ਨਾਲ ਗੁੱਡ ਲੈਂਦੇ ਹੋ ਤੇ ਮੇਰੇ ਵਾਸਤੇ ਤਾਂ ਜਿਹੜਾ ਉਹ ਕਿਸੇ ਪਹਾੜੀ ਨੂੰ ਸਰ ਕਰਨ ਵਰਗੀ ਚੀਜ਼ ਹੋਣੀ ਆ, ਕਿਉਂਕਿ ਤੁਹਾਨੂੰ ਤੁਹਾਡੇ ਪਿਤਾ ਸ਼੍ਰੀ ਨੇ ਪਰਵਰਿਸ਼ ਵਧੀਆ ਦਿੱਤੀ ਆ, ਸੇਧ ਸਹੀ ਮਿਲੀ ਆ ਵਕਤ ਸਿਰ। ਕਿਉਂਕਿ ਕਹਿੰਦੇ ਹੁੰਦੇ ਨਾ ਕਿ ਟਾਈਮ ਸਿਰ ਜੇ ਤੁਹਾਨੂੰ ਸਿੱਧਾ ਰਾਹ ਕੋਈ ਦਿਖਾ ਦੇਵੇ ਤੇ ਮੰਜ਼ਿਲ ਹਾਸਲ ਕਰਨੀ ਤੁਹਾਡੇ ਲਈ ਸੌਖੀ ਹੋ ਜਾਂਦੀ। ਤੇ ਮੈਨੂੰ ਲੱਗਦਾ ਕਿ ਬਹੁਤ ਛੇਤੀ ਤੁਹਾਡੇ ਪਿਤਾ ਸ਼੍ਰੀ ਨੇ ਤੁਹਾਨੂੰ ਰਾਹ ਦਿਖਾਤਾ। ਮੰਜ਼ਿਲ ਦੀ ਉਮੀਦ ਰੱਖਦੇ ਹਾਂ ਕਿ ਬਹੁਤ ਸਾਰੇ ਮੈਡਲ ਤੁਸੀਂ ਲੈ ਕੇ ਆਓਗੇ, ਆਪਣੇ ਲਈ ਨਹੀਂ, ਆਪਣੇ ਪਿਤਾ ਸ਼੍ਰੀ ਲਈ ਨਹੀਂ, ਇਸ ਮੁਲਕ ਲਈ ਮੈਡਲ ਲੈ ਕੇ ਆਓਗੇ। ਨਾਮ ਰੌਸ਼ਨ ਹੋਏਗਾ। ਜਿਹੜੇ ਸੁਪਨੇ ਤੁਸੀਂ ਸਜਾਏ ਆ, ਜਿਹੜੇ ਤੁਹਾਡੇ ਪਿਤਾ ਸ਼੍ਰੀ ਨੇ ਸਜਾਏ ਆ, ਉਹ ਸੁਪਨੇ ਪੂਰੇ ਹੁੰਦੇ ਸਾਨੂੰ ਜਿਹੜੇ ਉਹ ਨਜ਼ਰ ਆਉਣਗੇ। ਇਹ ਉਮੀਦ ਤੁਹਾਡੇ ਤੋਂ ਰੱਖਦੇ ਹਾਂ। ਕੋਈ ਗੱਲ ਜਿਹੜੀ ਰੋਜ਼ ਕਈ ਨੂੰ ਲੱਗਦਾ ਕਿ ਮੈਂ ਨਹੀਂ ਪੁੱਛੀ ਉਹਦੇ ਕੋਲੋਂ, ਪਰ ਉਹਨੇ ਕਰਨੀ ਜ਼ਰੂਰ ਸੀ, ਸੋਚਿਆ ਜ਼ਰੂਰ ਸੀ ਕਿ ਅੱਜ ਦੀ ਇੰਟਰਵਿਊ 'ਚ ਮੈਂ ਆਹ ਗੱਲ ਕਹਿਣੀ ਆ। ਕੁਝ ਹੈ, ਕੁਝ ਦੇਖਣ ਵਾਲਿਆਂ ਨੂੰ ਕਹਿਣਾ ਹੋਵੇ ਤੁਸੀਂ? ਮੈਂ ਤਾਂ ਇਹੀ ਕਹੂੰਗੀ ਵੀ ਕੁੜੀਆਂ ਮੁੰਡਿਆਂ ਨਾਲੋਂ ਘੱਟ ਨਹੀਂ। ਸਪੋਰਟ ਦੀ ਲੋੜ ਆ, ਸਪੋਰਟ ਕਰੋ ਉਹਨਾਂ ਨੂੰ। ਸਾਰਿਆਂ 'ਚ ਟੈਲੈਂਟ ਹੁੰਦਾ, ਉਹਨੂੰ ਵਧਾਉਣ ਦੀ ਲੋੜ ਆ। ਪੜ੍ਹਾਈ ਤੋਂ ਇਲਾਵਾ ਖੇਡਣਾ ਵੀ ਜ਼ਰੂਰੀ ਆ। ਸਪੋਰਟ ਹੋਣੀ ਚਾਹੀਦੀ ਘਰਦਿਆਂ ਦੀ। ਇਹ ਬਹੁਤ ਦਿਲਚਸਪ ਗੱਲ ਹੈ। ਪਹਿਲਾਂ ਕਹਿੰਦੇ ਹੁੰਦੇ ਸੀ ਨਾ ਕਿ ਪੜ੍ਹੋਗੇ ਲਿਖੋਗੇ तो बनोगे नवाब, खेलोगे कूदोगे तो होगे खराब। ਪਰ ਹੁਣ ਕਹਿ ਸਕਦੇ ਹਾਂ ਕਿ ਰੋਜ਼ ਕਈ ਨੂੰ ਦੇਖ ਕੇ ਕਹਿ ਸਕਦੇ ਕਿ ਜੇ ਖੇਲੋਗੇ ਕੁੱਦੋਗੇ ਤਾਂ ਨਵਾਬ ਤੁਸੀਂ ਤਾਂ ਵੀ ਬਣ ਸਕਦੇ ਹੋ, ਨਾਮ ਤੁਸੀਂ ਤਾਂ ਵੀ ਰੌਸ਼ਨ ਕਰ ਸਕਦੇ ਹੋ। ਕੱਲਾ ਕਿਤਾਬੀ ਕੀੜੇ ਬਣਨਾ, ਪੜ੍ਹਾਈ ਬਹੁਤ ਜ਼ਰੂਰੀ ਹੈ, ਪਰ ਕੱਲੇ ਕਿਤਾਬੀ ਕੀੜੇ ਬਣਨ ਦਾ ਮਤਲਬ ਇਹ ਨਹੀਂ ਹੁੰਦਾ ਕਿ ਬਹੁਤ ਵੱਡੀਆਂ ਪ੍ਰਾਪਤੀਆਂ ਤੁਹਾਡੇ ਨਾਲ ਜੁੜ ਜਾਣਗੀਆਂ। ਰੋਜ਼ ਬਹੁਤ ਬਹੁਤ ਸ਼ੁਕਰੀਆ, ਤੁਹਾਡੇ ਪਰਿਵਾਰ ਦਾ ਬਹੁਤ ਬਹੁਤ ਸ਼ੁਕਰੀਆ ਕਿ ਇਸ ਕਰਕੇ ਕਿ ਤੁਹਾਡੇ ਵਰਗਾ ਹੀਰਾ ਜਿਹੜਾ ਹੈ ਉਹ ਪੰਜਾਬ ਦੀ ਇਸ ਧਰਤੀ ਨੂੰ ਦਿੱਤਾ ਹੈ, ਜਿਹੜਾ ਆਉਣ ਵਾਲੇ ਸਮੇਂ 'ਚ ਇਹਦਾ ਨਾਮ ਜਿਹੜਾ ਉਹ ਰੌਸ਼ਨ ਕਰੇਗਾ। ਗੱਲਬਾਤ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਟੀਵੀ ਪੰਜਾਬ ਦੇ ਨਾਲ। ਔਰ ਸਾਡੀ ਜਿੱਥੋਂ ਮੈਂ ਸ਼ੁਰੂਆਤ ਕੀਤੀ ਸੀ ਇਸ ਪ੍ਰੋਗਰਾਮ ਦੀ, ਜਿੱਥੇ ਮੈਂ ਗੱਲ ਕੀਤੀ ਸੀਗੀ ਕਿ ਲੜਕੀਆਂ ਲੜਕਿਆਂ ਤੋਂ ਘੱਟ ਨਹੀਂ ਹੈ, ਇਹ ਇਕੱਲਾ ਫਿਲਮੀ ਡਾਇਲੌਗ ਨਹੀਂ ਹੈ। ਮੇਰਾ ਖਿਆਲ ਹੈ ਕਿ ਇਸ ਪੂਰੀ ਤਸਵੀਰ ਨੂੰ, ਇਸ ਪੂਰੀ ਕਹਾਣੀ ਨੂੰ ਦੇਖਣ ਤੋਂ ਬਾਅਦ ਤੁਸੀਂ ਇਹ ਮੰਨ ਲਿਆ ਹੋਵੇਗਾ, ਇਹ ਕਬੂਲ ਲਿਆ ਹੋਵੇਗਾ ਕਿ ਸੱਚਿਓ ਹੀ ਇਹ ਫਿਲਮੀ ਡਾਇਲੌਗ ਨਹੀਂ ਹੈ, ਇਹ ਹਕੀਕਤ ਵੀ ਹੈ ਤੇ ਇਸ ਹਕੀਕਤ ਨੂੰ ਸਾਨੂੰ ਕਬੂਲ ਕਰਨਾ ਪਏਗਾ। ਕੈਮਰਾਮੈਨ ਪ੍ਰਵੀਨ ਬੌਬੀ ਦੇ ਨਾਲ ਜਸਵੀਰ, ਟੀਵੀ ਪੰਜਾਬ, ਨਵਾਂ ਸ਼ਹਿਰ।